कर तू मुझे नवाजे तेरा कर्म है वरना तेरी रहमतों का बदला मेरी बंदगी नहीं। ਕਾਂਸ਼ੀ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਬਲਬੀਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਤੇ ਜੈ ਗੁਰੂਦੇਵ। ਹੈਲਥ ਟਾਕ ਸ਼ੋ ਵਿੱਚ ਤੁਹਾਡਾ ਸਵਾਗਤ ਹੈ। ਖੈਰ ਮੱਧਮ ਹੈ। ਵੂਮਨ ਪਾਵਰ ਕੀ ਹੁੰਦੀ ਹੈ, ਅੱਜ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਨਾਰੀ ਸ਼ਕਤੀ ਜਿਹਨੂੰ ਕਿਹਾ ਜਾਂਦਾ ਹੈਗਾ। ਸੋ ਇਹਦੇ ਵਾਸਤੇ ਮੇਰਾ ਸਾਥ ਦੇਣਗੇ ਰਿਤੂ ਸ਼ਰਮਾ ਜੋ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ। ਸੋ ਜਾਣਾਂਗੇ ਉਹਨਾਂ ਤੋਂ ਨਾਰੀ ਸ਼ਕਤੀ, ਅੱਜ ਦੀ ਸ਼ਕਤੀ ਜਿਹੜੀ ਹੈ किस तरह असी उन्हें प्रमोट कर सकते हैं गांव वधण लई। सो रितु जी तुहाडा स्वागत है साडे कांशी टीवी ते। जय गुरुदेव। जय गुरुदेव, सत श्री अकाल, नमस्कार सारिਆਂ ਨੂੰ। बहुत सारी थैंक यू बलबीर, थैंक यू फॉर हैविंग मी टुडे। That's so nice for you to come for us to show us your face and tell us more about women in power। रितु एक गल मैं तुहाडे कोलों पुछना चाहांगी, जदों असी women power नारी शक्ति की गल करदे आ कि ਇਹਦਾ ਮੀਨਿੰਗ ਕੀ ਹੈ। ਸਭ ਤੋਂ ਪਹਿਲਾਂ ਤੇ ਇਹ ਜਾਣਨਾ ਬਹੁਤ ਜ਼ਰੂਰੀ ਹੈ। ਅਸੀਂ ਕਹਿ ਦਿੰਦੇ ਹਾਂ ਕਿ ਵੂਮਨ ਪਾਵਰ, ਬਟ ਵਾਟ ਇਜ਼ ਰੀਅਲੀ ਵੂਮਨ ਪਾਵਰ ਇਨ ਯੋਰ ਵਰਡਸ। ਇਹ ਬਲਬੀਰ ਤੁਸੀਂ ਬਹੁਤ ਸੋਹਣਾ ਕੁਐਸਚਨ ਪੁੱਛਿਆ ਸਟਾਰਟ ਕਰਨ ਲਈ, ਕਿਉਂਕਿ ਮੈਂ ਆਪਣੇ ਆਪ ਨੂੰ ਆਈ ਕੋਲ ਮਾਈਸੈਲਫ, ਮੇਰਾ ਟਾਈਟਲ ਜਿਹੜਾ ਆ ਉਹ ਵੂਮਨ ਐਮਪਾਵਰਮੈਂਟ ਐਂਬੈਸਡਰ ਆ। ਠੀਕ ਹੈ, ਦੈਟ ਮੈਂ ਆਈ ਲਾਈਕ ਟੂ ਕੋਲ ਮਾਈਸੈਲਫ ਦੈਟ। ਤੇ ਐਮਪਾਵਰਮੈਂਟ ਜਿਹੜਾ ਵਰਡ ਆ ਉਹ ਅਨਫੋਰਚੂਨੇਟਲੀ ਉਹਦੀ ਬੜੀ ਨੈਗੇਟਿਵ ਕੋਨੋਟੇਸ਼ਨ ਆ ਲੋਕਾਂ ਦੇ ਦਿਮਾਗ 'ਚ ਕਿ ਪਤਾ ਨਹੀਂ ਅਸੀਂ ਲੜਾਈ ਕਰਨਾ ਚਾਹੁੰਦੇ ਹਾਂ ਲੋਕਾਂ ਨਾਲ, ਅਸੀਂ ਪਤਾ ਨਹੀਂ ਕਿਹਨੂੰ ਚੈਲੰਜ ਕਰਨਾ ਚਾਹੁੰਦੇ ਹਾਂ, ਅਸੀਂ ਰਿਬੈਲੀਅਸ ਹਾਂ। ਤੇ ਇੱਕ ਇਵੈਂਟ 'ਤੇ ਇੱਕ ਜੈਂਟਲਮੈਨ ਹੀ ਵਾਜ਼ ਸੋ ਇੰਟਰੀਗਡ ਕਿ ਹੀ ਅਪਰੋਚਡ ਮੀ, ਹੈ ਨਾ। ਅਤੇ ਮੈਨੂੰ ਆ ਕੇ ਕਹਿੰਦੇ ਮਿਸ ਸ਼ਾਮਾ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਨਾ, ਕਹਿੰਦੇ ਕਿ ਤੁਸੀਂ ਆਪਣੇ ਆਪ ਨੂੰ ਓਪਨਲੀ ਵੂਮਨ ਐਮਪਾਵਰਮੈਂਟ ਐਂਬੈਸਡਰ ਕਹਿੰਦੇ ਆ, ਡੋਂਟ ਯੂ ਫੀਲ ਅ ਬਿਟ you know that you inviting trouble। ਹਾਂਜੀ। ਤੇ ਮੈਂ ਉਹਨਾਂ ਨੂੰ ਕਿਹਾ ਕਿ ਲੜਨ ਵਾਸਤੇ ਇੱਕ ਸੱਦਾ ਦੇ ਰਹੇ ਹੋ ਤੁਸੀਂ। ਤੇ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ, ਇਹ ਜਿਹੜਾ ਐਮਪਾਵਰਮੈਂਟ ਦਾ ਡਿਕਸ਼ਨਰੀ ਮੀਨਿੰਗ ਦੇਖੀਏ ਨਾ ਬਲਬੀ, ਐਮਪਾਵਰਮੈਂਟ ਦਾ ਡਿਕਸ਼ਨਰੀ ਮੀਨਿੰਗ ਆ ਕਿ ਜਦੋਂ ਅਸੀਂ ਆਪਣੇ ਰਾਈਟਸ ਨੂੰ ਤੇ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ 'ਚੋਂ ਸਮਰਥਾ ਆ ਜਾਂਦੀ ਆ ਕਿ ਅਸੀਂ ਉਹਨੂੰ ਸਮਝ ਲੈਂਦੇ ਹਾਂ। ਹਾਂਜੀ, ਉਹ ਐਮਪਾਵਰਮੈਂਟ ਆ। ਇਹ ਹੋ ਜਾਂਦਾ ਨਾ ਰਿਤੂ, ਕਈ ਵਾਰੀ ਇੰਪਾਵਰ ਤਾਂ ਹੈਗਾ ਬਟ ਜਦੋਂ ਵੂਮਨ ਲੱਗ ਜਾਂਦਾ ਸੋ ਵੂਮਨ ਲੱਗਣ ਦੇ ਨਾਲ ਥੋੜੀ ਜਿਹੀ ਇੱਕ ਹੋਰ ਇਹਦਾ ਟਾਈਟਲ ਬਣ ਜਾਂਦਾ ਹੈਗਾ, ਸੀਜ਼ਲਿੰਗ ਹੁੰਦਾ, ਥੋੜਾ ਜਿਹਾ ਇੱਕ ਥੋੜਾ ਜਿਹਾ ਪਿੱਛੇ ਨੂੰ ਜਿੱਦਾਂ ਕਰ ਦਿੰਦਾ, ਚੁਣੌਤੀ ਹੈ। ਸੋ ਇਸ I mean ਮੈਂ ਜਾਣਨਾ ਚਾਹਾਂਗੀ ਥੋੜਾ ਜਿਹਾ ਤੁਸੀਂ ਕਿਸ ਤਰੀਕੇ ਦੇ ਨਾਲ, ਵਾਈ ਡਿਡ ਯੂ ਵਾਂਟਡ ਟੂ ਬੀ ਇਸ ਫੀਲਡ ਦੇ ਵਿੱਚ। ਕੋਈ ਨਾ ਕੋਈ ਆਪਣਾ ਲਾਈਫ ਐਕਸਪੀਰੀਅੰਸ ਹੁੰਦਾ ਹੈ, ਉਹ ਅਸੀਂ ਇਸ ਕਰਕੇ ਇਸ ਲਾਈਨ ਦੇ ਵਿੱਚ ਆਏ ਹੁੰਦੇ ਆ। ਸੋ ਕੁਛ ਉਹਦੇ ਬਾਰੇ ਦੱਸੋ ਆਪਣਾ ਤੁਸੀਂ ਬੈਕਗਰਾਊਂਡ ਥੋੜਾ ਜਿਹਾ। ਬਲਬੀਰ, ਮੈਂ ਨਾ ਹਮੇਸ਼ਾ ਕਹਿੰਦੀ ਹਾਂ ਕਿ ਮੈਂ ਰੱਬ ਦੀ ਨਾ ਚੁਣੀ ਹੋਈ ਧੀ ਹਾਂ। That's so chosen daughter, right? ਉਹਦੇ ਰੀਜ਼ਨਸ ਆ ਕਿਉਂਕਿ ਕੁਛ ਲੋਕ ਤਕਲੀਫ ਹਰ ਬੰਦੇ ਨੂੰ ਮਿਲਦੀ ਆ। ਲਾਈਫ ਸਾਡੀ ਇੱਦਾਂ ਹੀ ਸਟਰਕਚਰ ਹੁੰਦੀ ਆ ਕਿ ਰੱਬ ਨੇ ਸਾਰਿਆਂ ਨੂੰ ਕੁਛ ਨਾ ਕੁਛ ਦਿੱਤਾ, ਵੰਡਿਆ ਚੰਗੀ ਤਰ੍ਹਾਂ, ਹੈ ਨਾ। ਕੁਛ ਲੋਕੀ ਮੇਰੇ ਵਰਗੇ ਚੋਜ਼ਨ ਹੁੰਦੇ, ਉਹ ਰੱਬ ਉਹਨਾਂ ਨੂੰ ਦੇਈ ਜਾਂਦਾ ਹੈ ਨਾ, ਸ਼ੁਕਰ। ਤੇ ਉਹ ਮੇਰੀ ਲਾਈਫ ਦੇ ਜਿਹੜੇ ਪਹਿਲੇ 37 ਸਾਲ ਸੀ, 37 years, ਉਹ ਬਹੁਤ ਸਟਰਗਲ ਭਰੇ ਸੀ। ਤੇ ਮੈਂ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਫੇਸ ਕੀਤੀ ਆ ਬਹੁਤ ਸਾਰੇ ਲੈਵਲਸ 'ਤੇ। ਅਤੇ ਉਹਦੇ ਕਰਕੇ ਜਿਹੜੀ ਮੇਰੀ ਅੰਡਰਸਟੈਂਡਿੰਗ, ਮੇਰੀ ਲਰਨਿੰਗ ਸੀ, ਉਹ ਇਸ ਗੱਲ 'ਚ ਸੀ ਕਿ ਫਿਰ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਸੀ, ਮੈਨੂੰ ਲੱਗਦਾ ਸੀ ਮੈਨੂੰ ਤਾਂ ਆਪਣੇ ਬਾਰੇ ਨਹੀਂ ਸੀ ਪਤਾ, ਮੇਰੇ ਨਾਲ ਚੰਗਾ ਕਿੱਦਾਂ ਹੋ ਸਕਦਾ ਸੀ, ਜਾਂ ਮੈਂ ਕਿੱਦਾਂ ਐਕਸਪੈਕਟ ਕਰਦੀ ਕਿ ਮੈਂ ਸਕਸੈਸਫੁਲ ਹੋ ਜਾਂਦੀ, ਜਾਂ ਮੈਂ ਕਿੱਦਾਂ ਐਕਸਪੈਕਟ ਕਰਦੀ ਕਿ ਕੋਈ ਮੈਨੂੰ ਰਿਸਪੈਕਟ ਕਰਦਾ, ਕਿਉਂਕਿ ਮੈਂ ਆਪਣੇ ਆਪ ਨੂੰ ਰਿਸਪੈਕਟ ਨਹੀਂ ਸੀ ਕਰਦੀ ਉਦੋਂ, ਰਾਈਟ। ਹਾਂਜੀ, ਉਹ ਐਮਪਾਵਰਮੈਂਟ ਆ ਜਦੋਂ ਤੁਸੀਂ ਆਪਣੀ ਵਰਥ ਸਮਝ ਲੈਂਦੇ ਆ। ਮੈਂ ਐਰੋਗੈਂਸ ਦੀ ਗੱਲ ਨਹੀਂ ਕਰਦੀ ਪਈ, ਮੈਂ ਸੈਲਫਿਸ਼ ਹੋਣ ਦੀ ਗੱਲ ਨਹੀਂ ਕਰਦੀ ਪਈ, ਮੈਂ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਗੱਲ ਨਹੀਂ ਕਰਦੀ ਪਈ। ਮੈਂ ਸਿਰਫ ਇੱਕ ਇੰਡੀਵਿਜੂਅਲ ਜਦੋਂ ਆਪਣੇ ਅੰਦਰ ਝਾਤੀ ਮਾਰਦਾ ਆ ਅਤੇ ਉਹਨੂੰ ਇਹ ਰੀਅਲਾਈਜ਼ ਹੁੰਦਾ ਹੈ ਕਿ ਰੱਬ ਨੇ ਉਹਦੇ ਅੰਦਰ ਬਹੁਤ ਕੁਛ ਇਨਸਟਿਲ ਕੀਤਾ ਆ, ਜਿਹਦੇ ਨਾਲ ਉਹ ਸਿਰਫ ਆਪਣੀ ਲਾਈਫ ਚੰਗੀ ਨਹੀਂ ਕਰ ਸਕਦਾ, ਉਹ ਦੂਜਿਆਂ ਨੂੰ ਵੀ ਥੱਲੇ ਲੈਵਲ ਤੋਂ ਉੱਪਰ ਖਿੱਚ ਸਕਦਾ ਆ। ਜਦੋਂ ਤੁਹਾਨੂੰ ਇਹ ਰੀਅਲਾਈਜ਼ੇਸ਼ਨ ਹੋ ਜਾਂਦੀ ਹੈ, ਟਰੂ ਐਮਪਾਵਰਮੈਂਟ ਉਦੋਂ ਆ ਤੁਹਾਡੀ। ਰੌਲਾ ਜਿੰਨਾ ਮਰਜ਼ੀ ਪਾਈ ਜਾਓ। ਸੋ ਬੇਸਿਕਲੀ ਜਦੋਂ ਤੁਹਾਨੂੰ ਆਪਣੀ ਵੈਲਿਊ ਸਮਝ ਆ ਜਾਂਦੀ ਹੈ, ਸਪੈਸ਼ਲੀ ਇਨ ਵੂਮਨ ਇਨ ਪਾਵਰ, ਜਦੋਂ ਸਾਨੂੰ ਇੱਕ ਇਹ ਹੈਗਾ ਰਿਤੂ ਕਿ ਜਦੋਂ ਸਾਡੀ ਸੁਸਾਇਟੀ ਇਸ ਤਰੀਕੇ ਦੀ ਹੈਗੀ ਹੈ ਜਿਹਦੇ ਵਿੱਚ ਅਸੀਂ ਨਾਰੀ ਸ਼ਕਤੀ ਕਹਿ ਦਿੰਦੇ ਹਾਂ, ਬਹੁਤ ਵੱਡੀ ਵੱਡੀ ਦਲੀਲਾਂ ਵੀ ਦਿੰਦੇ ਹਾਂ ਕਿ ਅਸੀਂ ਸਾਡੇ 'ਚ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਹੈ, ਜਾਂ ਅਸੀਂ ਕੁਛ ਇਹੋ ਜਿਹਾ ਨਹੀਂ ਹੈ, ਕੁੜੀਆਂ ਅਤੇ ਮੁੰਡੇ 'ਚ ਕੋਈ ਫਰਕ ਨਹੀਂ ਹੈ, ਬਟ ਵੀ ਨੋ ਦੇਅਰ ਇਜ਼। ਕੁੜੀਆਂ ਅਤੇ ਮੁੰਡਿਆਂ 'ਚ ਫਰਕ ਹੈਗਾ ਆ ਬਲਬੀਰ, ਅਤੇ ਇਹ ਗਲਤ ਆ ਜਦੋਂ ਅਸੀਂ ਕਹਿੰਦੇ ਹਾਂ ਕਿ ਕੁੜੀਆਂ ਅਤੇ ਮੁੰਡਿਆਂ 'ਚ ਫਰਕ ਨਹੀਂ ਹੈਗਾ। ਹਾਂਜੀ, ਇਹ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਪਏ ਹਾਂ, ਅਤੇ ਧੋਖਾ ਦੇਣਾ ਕੋਈ ਚੰਗਾ ਸਟਾਰਟ ਹੈਗਾ ਹੀ ਨਹੀਂ ਓਬਵੀਅਸਲੀ। ਅਤੇ ਜਦੋਂ ਸਾਡੇ ਕਲਚਰ ਦੀ ਗੱਲ ਇੱਕ ਸੈਕਿੰਡ 'ਚ ਮੈਂ ਕਰਦੀ ਹਾਂ, ਪਰ ਮੈਂ ਜਿਹੜੀ ਗੱਲ ਕਰਦੀ ਹਾਂ, ਮੈਂ ਇਹ ਬਿਲਕੁਲ ਨਹੀਂ ਕਹਿੰਦੀ ਕਿ ਕੁੜੀਆਂ ਅਤੇ ਮੁੰਡੇ ਇੱਕੋ ਜਿਹੇ ਆ।
ਅਸੀਂ ਬਿਲਕੁਲ ਇੱਕੋ ਜਿਹੇ ਨਹੀਂ, ਅਸੀਂ ਡਿਫਰੈਂਟ ਆ। women are made differently to men। ਰੱਬ ਨੇ ਔਰਤ ਨੂੰ ਤੇ ਮਰਦ ਨੂੰ ਡਿਫਰੈਂਟ ਬਣਾਇਆ ਆ। ਹਾਂਜੀ। we are not meant to be same। ਹਾਂਜੀ। ਰੱਬ ਨੇ ਸਾਨੂੰ ਬਣਾਇਆ ਨਹੀਂ ਸੇਮ ਤੇ ਅਸੀਂ ਕਿੱਦਾਂ ਕਹੋਗੇ ਅਸੀਂ ਸੇਮ ਆ? ਅਸੀਂ ਹੈਗੇ ਨਹੀਂ ਸੇਮ। ਨੈਚੁਰਲੀ ਜਦੋਂ ਇੱਕ ਬੱਚਾ ਜਾਂ ਬੱਚੀ ਪੈਦਾ ਹੁੰਦੇ ਆ, ਬੇਸਿਕਲੀ देयर इज अ डिफरेंट ਤੇ ਉਹਨਾਂ ਨੂੰ ਦੇਖ ਕੇ ਡਿਫਰੈਂਟ ਲੱਗਦਾ ਕਿ देयर इज a gender sign in a way, ਹੈ ਨਾ, ਕਿ ਆ ਮੇਲ ਚਾਈਲਡ ਆ, ਗਰਲ ਚਾਈਲਡ ਆ। ਪਰ ਸਾਡੀ ਜਿਹੜੀ ਸੋਚ ਆ ਉਹ ਇਹ ਗੱਲ ਤੇ ਫੋਕਸਡ ਹੋਣੀ ਚਾਹੀਦੀ ਆ ਕਿ ਇਕੁਐਲਿਟੀ ਨੂੰ ਪ੍ਰਮੋਟ ਕੀਤਾ ਜਾਏ। ਇਹ ਤੁਹਾਡਾ ਜਿਹੜਾ ਹੈਗਾ ਨਾ ਵਰਡ ਆਈ ਰੀਲੀ ਲਾਈਕ, ਇਕੁਐਲਿਟੀ। ਐਗਜ਼ੈਕਟਲੀ। ਜੈਂਡਰ ਇਜ਼ different people, but equality ਜਿਹੜੀ ਦੇਣੀ ਹੈ ਉਹਦੇ ਤੇ, ਉਸ ਮੁੱਦੇ ਤੇ ਜਦੋਂ ਅਸੀਂ ਆਨੇ ਆ ਉਦੋਂ ਅਸੀਂ ਡਿਫਰੈਂਟ ਹੋ ਜਾਂਦੇ ਆ। ਸਾਨੂੰ ਬਹੁਤ ਪ੍ਰੋਬਲਮ ਹੁੰਦੀ ਆ। ਇਹ ਜ਼ਰੂਰੀ ਨਹੀਂ ਆ ਕਿ ਕੋਈ ਮੇਲ ਚਾਈਲਡ ਆ ਤੇ ਉਹਨੂੰ ਓਪਰਚੁਨਿਟੀਜ਼ ਜ਼ਿਆਦਾ ਮਿਲਣੀਆਂ ਚਾਹੀਦੀਆਂ। ਜ਼ਰੂਰੀ ਨਹੀਂ ਆ ਕਿ ਮੇਲ ਚਾਈਲਡ ਆ ਤੇ ਉਹ ਤੁਹਾਡੀਆਂ ਕੁਆਲਿਟੀਜ਼ ਨੂੰ ਜਾਂ ਸਕਿੱਲਸ ਨੂੰ ਜਾਂ ਬਿਜ਼ਨਸਿਸ ਨੂੰ ਜਾਂ ਪੈਸੇ ਨੂੰ ਇਨਹੈਰਿਟ ਕਰੇ। ਦੋਵਾਂ ਬੱਚਿਆਂ ਨੂੰ ਇਕੁਅਲ ਓਪਰਚੁਨਿਟੀਜ਼ ਦਿਓ। ਜਿਹੜਾ ਜ਼ਿਆਦਾ ਕਲੈਵਰ ਆ, ਜਿਹੜਾ ਜ਼ਿਆਦਾ ਕੇਪੇਬਲ ਆ, ਉਹ ਆਪੇ ਅੱਗੇ ਲੰਘ ਜੂਗਾ। ਜੇ ਤੁਸੀਂ ਉਹ ਬੱਚੇ ਤੋਂ ਓਪਰਚੁਨਿਟੀ ਪਹਿਲਾਂ ਹੀ ਖੋਲੀ ਆ ਕਿ ਕੁੜੀਏ ਬਿਕੋਜ਼ ਯੂ ਆਰ ਅ ਕੁੜੀ, ਰਾਈਟ, ਤੁਸੀਂ ਤਾਂ ਭਾਜੀ ਕਿਚਨ 'ਚ ਰੋਟੀ ਸਬਜ਼ੀ ਬਣਾਓ ਐਂਡ ਦੈਟਸ ਇਟ। ਤੁਸੀਂ ਭਾਂਡੇ ਧੋਣਾ ਸਿੱਖੋ ਤੇ ਤੁਸੀਂ ਕੱਪੜੇ ਸਾਹਮਣੇ ਸਿੱਖੋ ਤੇ ਯੂ ਗੋਟ ਨਥਿੰਗ ਟੂ ਡੂ ਇਨ ਦ ਮੇਨ ਵਰਲਡ। ਤੁਹਾਡਾ ਕੰਮ ਨਹੀਂ। ਮੈਂ ਇਹ ਨਹੀਂ ਕਹਿੰਦੀ ਜਿਹੜੀਆਂ ਲੇਡੀਜ਼ ਹਾਊਸਵਾਈਫਸ ਆ ਦੇ ਡੂਇੰਗ ਇਕੁਅਲੀ ਅ ਫੈਂਟੈਸਟਿਕ ਜੌਬਸ। ਘਰ ਬਣਾਉਣਾ ਬਹੁਤ ਵੱਡੀ ਜ਼ਿੰਮੇਵਾਰੀ ਤੇ ਬਹੁਤ ਖੂਬਸੂਰਤ ਜ਼ਿੰਮੇਵਾਰੀ ਹੈ। ਵੂਮਨਸ ਜਿਹੜੀਆਂ ਰਿਤੂ ਦੇਖਣ 'ਚ ਆਇਆ ਦੇ ਆਰ ਵਰਕਿੰਗ 24 ਆਵਰਸ। ਅਸੀਂ ਰਿਅਲਾਈਜ਼ ਨਹੀਂ ਕਰਦੇ ਵੀ ਇੱਕ ਕਈ ਵਾਰੀ ਆਪਣੇ ਕਲਚਰ 'ਚ ਸੌਰੀ ਮੈਨੂੰ ਇਹ ਕਹਿਣਾ ਪੈ ਰਿਹਾ ਕਿ ਸਾਡੇ ਕਲਚਰ 'ਚ ਉੱਦਾਂ ਹੈਗਾ ਕਿ ਦੂਸਰੇ ਕਲਚਰਸ ਵੀ ਹੈਗੇ ਆ, ਬਟ ਸਾਡੇ ਕਲਚਰਸ ਕੁਛ ਜ਼ਿਆਦਾ ਇਹਦੇ ਵਿੱਚ ਕਰਦੇ ਆ ਵੀ ਕੁੜੀ ਨੂੰ ਸ਼ੁਰੂ ਤੋਂ ਥੋੜ੍ਹਾ ਜਿਹਾ ਡਾਊਨ ਰੱਖਦੇ ਹੈਗੇ ਆ ਕਿ ਤੂੰ ਦੂਸਰੇ ਘਰ ਚਲੇ ਜਾਣਾ। ਇਹ ਮੈਂ ਅੱਜ ਇਹਦੇ ਤੇ ਹੱਸ ਸਕਦੀ ਹਾਂ ਬਲਬੀਰ, ਕਿਉਂਕਿ ਮੈਂ ਹੀਲ ਹੋ ਚੁੱਕੀ ਹਾਂ। ਹਾਂਜੀ। ਇਹ ਮੇਰੇ ਲਈ ਬਹੁਤ ਦੁਖਦਾਈ ਮੁੱਦਾ ਸੀ ਇਹ ਚੀਜ਼ ਦਾ। ਹਾਂਜੀ। ਕਿਉਂਕਿ ਜਦੋਂ ਤੱਕ ਮੈਂ 40 ਸਾਲ ਦੀ ਹੋ ਕੇ ਆਪਣੇ ਨਾਂ ਤੇ ਆਪਣਾ ਘਰ ਇਕੱਲੀ ਨੇ ਨਹੀਂ ਖਰੀਦਿਆ ਬਲਬੀਰ, ਮੈਨੂੰ ਇਹ ਗੱਲ ਦਾ ਬਹੁਤ ਪ੍ਰੋਬਲਮ ਸੀ ਕਿ ਮੇਰਾ ਘਰ ਕਿੱਥੇ ਆ ਤੇ ਮੈਂ ਇਕੱਲੀ ਨਹੀਂ ਆ। ਮੈਂ ਇਹ ਆਮ ਫੋਰਚੂਨੇਟ ਵਨ ਕਿ ਰੱਬ ਨੇ ਮੈਨੂੰ ਇਸ ਲਾਇਕ ਕੀਤਾ ਕਿ ਤੁਹਾਡੇ ਵਰਗੇ ਲੋਕੀ ਸਮਝਦੇ ਆ ਕਿ ਮੈਂ ਆ ਕੇ ਤੁਹਾਡੀ ਆਡੀਅנס ਨਾਲ, ਵਿਊਅਰਸ ਨਾਲ ਗੱਲ ਕਰ ਸਕਾਂ। ਪਰ ਸਾਡੇ ਵਰਗੀਆਂ ਬਹੁਤ, ਮੇਰੇ ਵਰਗੀਆਂ ਬਹੁਤ ਸਾਰੀਆਂ ਕੁੜੀਆਂ ਆ ਜਿਹੜੀਆਂ ਵਿਚਾਰੀਆਂ ਜਿਨ੍ਹਾਂ ਨੂੰ ਮੌਕੇ ਨਹੀਂ ਮਿਲੇ ਜਾਂ ਜਿਨ੍ਹਾਂ ਨੂੰ ਰੱਬ ਨੇ ਨਹੀਂ ਫੇਸ ਕਰਾਇਆ ਕਿ ਕੋਈ ਸਹੀ ਲੋਕ ਉਹਨਾਂ ਦੀ ਲਾਈਫ 'ਚ ਆ ਕੇ ਜੁੜਨ ਤੇ ਉੱਪਰ ਉੱਠ ਸਕਣ। ਪਰ 40 ਇਅਰਸ ਤੱਕ ਤੁਸੀਂ ਇਹ ਸੋਚੋ ਕਿ ਛੋਟੇ ਹੁੰਦੇ ਤੋਂ ਲੈ ਕੇ ਤੋਂ ਟੀਨੇਜਰ ਤੋਂ ਲੈ ਕੇ ਤੋਂ ਯੂਥ ਤੋਂ ਲੈ ਕੇ ਟੂ ਗੈਟਿੰਗ ਮੈਰਿਡ ਟੂ ਗੈਟਿੰਗ ਡਿਵੋਰਸਡ ਐਂਡ ਦੈਨ ਗੈਟਿੰਗ ਅ ਹਾਊਸ ਫॉर ਮਾਈ ਸੈਲਫ ਇਨ ਅ ਫਿਊ ਈਅਰਸ ਟਾਈਮ। 40 ਸਾਲ ਦੀ ਹੋ ਕੇ ਜਦੋਂ ਮੈਂ ਆਪਣਾ ਘਰ ਖਰੀਦਿਆ ਬਲਬੀਰ, ਉਦੋਂ ਮੈਨੂੰ ਰਿਅਲਾਈਜ਼ ਹੋਇਆ ਕਿ ਹਾਂ ਇਹ ਮੇਰਾ ਠਿਕਾਣਾ ਆ। ਬਿਫੋਰ ਦੈਟ ਆਈ ਫੈਲਟ ਨਥਾਵੀ। ਮੈਨੂੰ ਲੱਗਦਾ ਸੀ ਮੇਰਾ ਘਰ ਹੀ ਹੈ ਨਹੀਂ, ਕਿਉਂਕਿ ਪੇਰੈਂਟਸ ਦਾ ਘਰ ਜਿਹੜਾ ਸੀ ਉਹ ਭਰਾ ਦਾ ਘਰ ਹੋ ਗਿਆ। ਐਕਸ ਹਸਬੈਂਡ ਦਾ ਜਿਹੜਾ ਘਰ ਸੀ ਮੇਰੇ ਨਾਲ, ਉਹ ਐਕਸ ਹਸਬੈਂਡ ਦਾ ਘਰ ਸੀ। ਉਹਦੇ ਜਿਹੜੇ ਪੇਰੈਂਟਸ ਦਾ ਘਰ ਸੀ ਐਕਸ ਹਸਬੈਂਡ ਦੇ ਪੇਰੈਂਟਸ ਦਾ, ਉਹ ਮੇਰੇ ਐਕਸ ਹਸਬੈਂਡ ਦਾ ਘਰ ਸੀ, ਉਹ ਮੇਰਾ ਘਰ ਨਹੀਂ ਸੀ। ਡੂ ਯੂ ਸੀ ਹਾਊ ਇਟਸ ਆਲ ਫੈਬਰੀਕੇਟਡ? ਸਾਡੇ ਅਰਾਊਂਡ ਜਿਹੜਾ ਕਲਚਰਲ ਤਾਣਾ ਬਾਣਾ ਬੁਣਿਆ ਹੋਇਆ ਅਸੀਂ ਅਨਫੋਰਚੂਨੇਟਲੀ ਉਹ ਇਹ ਸਟਰਕਚਰ ਨਾਲ ਬੁਣਿਆ ਕਿ ਕੁੜੀਆਂ ਨੂੰ ਇੱਦਾਂ ਲੱਗਦਾ ਹੈ ਕਿ ਇਟਸ ਨਾਟ ਪੋਸੀਬਲ to have a place in the society। ਇਹ ਕਿ ਰਿਤੂ ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਐਜ਼ ਯੂ ਗਰੋਇੰਗ ਕਿ ਤੁਹਾਡੇ ਦਿਮਾਗ 'ਚ ਇੱਕ ਇਹੋ ਜਿਹੀ ਯੂ ਨੋ ਸਿਚੁਏਸ਼ਨ ਕ੍ਰੀਏਟ ਕੀਤੀ ਜਾਂਦੀ ਹੈ ਜਾਂ ਤੁਹਾਡੇ ਦਿਮਾਗ ਦੇ ਵਿੱਚ ਇਹੋ ਜਿਹੀ ਗੱਲਾਂ ਭਰ ਦਿੱਤੀਆਂ ਜਾਂਦੀਆਂ ਕਿ ਜਦੋਂ ਇੱਕ ਕੁੜੀ ਜਨਮ ਲੈਂਦੀ ਆ ਉਹਨੂੰ ਸ਼ੁਰੂ ਤੋਂ ਹੀ ਇਹ ਦੱਸਿਆ ਜਾਂਦਾ ਵੀ ਤੇਰਾ ਅਸਲੀ ਘਰ ਤਾਂ ਤੇਰੇ ਸਹੁਰਿਆਂ ਦਾ ਘਰ ਆ। ਜਦੋਂ ਸਹੁਰਿਆਂ ਦਾ ਘਰ ਹੁੰਦਾ ਤੇ ਉਹ ਕਹਿੰਦੇ ਵੀ ਇਹ ਤਾਂ ਬਗਾਨੀ ਹੈ, ਤਾਂ ਬਗਾਨੀ ਹੈ ਜਿਸ ਇਹਦੇ ਸਾਹਮਣੇ ਕੋਈ ਗੱਲ ਨਹੀਂ ਕਰਨੀ ਜਾਂ ਕੁਛ ਇੱਦਾਂ ਦਾ। ਅਸੀਂ ਭਾਵੇਂ ਕਹੀਏ ਜਾਂ ਨਾ ਕਹੀਏ, ਇਟਸ ਆਲਵੇਜ਼ ਦਾ ਟਰੂ ਫੈਕਟ। ਹਜੇ ਤੱਕ ਸਾਡੀ ਸੁਸਾਇਟੀ ਦੇ ਵਿੱਚ ਇੱਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਜਿਹਦੇ 'ਚ ਆਈ ਮੀਨ ਤੁਹਾਡਾ ਐਕਸਪੀਰੀਅੰਸ ਸੀ, ਤੁਸੀਂ ਗਾਂਹ ਵੱਧੇ ਐਂਡ ਕਿਸ ਚੀਜ਼ ਨੇ ਤੁਹਾਨੂੰ ਇੱਦਾਂ ਮੋਟੀਵੇਟ ਕੀਤਾ ਵੀ ਮੈਂ ਹੁਣ ਅੱਗੇ ਜਾ ਕੇ ਦੂਸਰਿਆਂ ਦੀ ਮਦਦ ਕਰਨੀ ਆ? ਬਲਬੀਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇੱਕ ਜਰਨੀ 'ਤੇ ਹੁੰਦੇ ਆ ਨਾ, ਅਤੇ ਜਦੋਂ ਤੁਸੀਂ ਹਰਟ ਹੁੰਦੇ ਆ, ਅਪਸੈਟ ਡਾਊਨ ਹੁੰਦੇ ਆ, ਅਤੇ ਆਪਣੇ ਆਪ ਨੂੰ ਅਪਲਿਫਟ ਕਰਨ ਦਾ ਇੱਕ ਬਹੁਤ, ਮੈਂ ਸਾਰਿਆਂ ਨੂੰ ਇਹੋ ਕਹੂੰਗੀ ਕਿ ਆਪਣੇ ਆਪ ਨੂੰ ਚੰਗਾ ਫੀਲ ਕਰਾਉਣ ਦਾ, ਬੈਟਰ ਫੀਲ ਕਰਾਉਣ ਦਾ, ਬੈਟਰ ਪਰਸਨ ਬਣਨ ਦਾ ਇੱਕ ਬਹੁਤ ਵੱਡਾ ਇਹ ਕੰਮ ਆ ਕਿ ਤੁਸੀਂ ਦੂਜਿਆਂ ਦੀ ਹੈਲਪ ਕਰਨਾ ਸਟਾਰਟ ਕਰੋ। ਜੇ ਛੋਟੀ ਕਰ ਸਕਦੇ ਹਾਂ ਛੋਟੀ ਕਰੋ, ਜੇ ਵੱਡੀ ਕਰ ਸਕਦੇ ਫਿਰ ਤਾਂ ਬਹੁਤ ਸੋਹਣੀ ਗੱਲ ਹੈ, ਵੱਡੀ ਹੈਲਪ ਕਰੋ। ਪਰ ਜਦੋਂ ਅਸੀਂ ਵੈਨ ਵੀ ਸਟਾਰਟ ਟੂ ਗਿਵ ਬੈਕ, ਹਾਂਜੀ, ਉਹ ਅਸੀਂ ਸਿਰਫ ਉਹਨਾਂ ਨੂੰ ਹੀਲ ਕਰਨ 'ਚ ਹੈਲਪ ਨਹੀਂ ਕਰਦੇ, ਅਸੀਂ ਆਪਣੇ ਆਪ ਨੂੰ ਵੀ ਹੀਲ ਕਰਨ 'ਚ ਹੈਲਪ ਕਰਦੇ ਹਾਂ।
ਸੋ ਇਟਸ ਵਰਕ ਇਨ ਹੈਂਡ ਦੋਵੇਂ ਹੱਥ ਹੈ ਨਾ, ਦੋਵੇਂ ਹੱਥ ਜਿੱਦਾਂ ਇਹ ਰੱਬ ਨੇ ਜਿੱਦਾਂ ਜ਼ਿੰਮੇਵਾਰੀ ਲਾਈ ਆ, ਇਹ ਇਦਾਂ ਨਹੀਂ ਆ ਕਿ ਮੈਂ ਕੰਮ ਕਰ ਲਿਆ ਤੇ ਮੈਂ ਬਹੁਤ ਇੰਪੋਰਟੈਂਟ ਹੋ ਗਈ ਜਾਂ ਬੜੀ ਸੈਲੀਬ੍ਰਿਟੀ ਹੋ ਗਈ। ਇਟਸ ਨਾਟ ਦਿਸ, ਇਟਸ ਦ ਆਈਡੀਆ ਆਫ ਸਰਵਿਸ, ਗਿਵਿੰਗ ਬੈਕ, ਕਿ ਜੋ ਮੈਨੂੰ ਮਿਲਿਆ ਸਾਰਿਆਂ ਤੋਂ, ਜੋ ਉਹਨੂੰ ਮੈਂ ਪ੍ਰੋਸੈਸ ਕਰਕੇ ਕੁਝ ਪੋਜ਼ਿਟਿਵ ਉਹਦਾ ਕ੍ਰੀਏਟ ਕੀਤਾ ਤੇ ਉਹ ਪੋਜ਼ਿਟਿਵ ਮੈਂ ਹੁਣ ਵਾਪਸ ਕਰਨਾ ਚਾਹੁੰਦੀ ਹਾਂ ਉਹਨੂੰ। ਇਸੇ ਲਈ ਤੁਸੀਂ ਰਿਤੂ ਸ਼ਰਮਾ ਸਾਡੇ ਐਂਬੈਸਡਰ ਹੈਗੇ ਹੋ। ਵੂਮਨ ਇਨ ਪਾਵਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ, ਜਿੱਦਾਂ ਤੁਹਾਡੇ ਹਾਊ ਲੌਂਗ ਯੂ ਬੀਨ ਇਨ ਵੂਮਨ ਇਨ ਪਾਵਰ? ਮੈਨੂੰ ਇਹ ਕੰਮ ਕਰਦੇ 3 ਸਾਲ ਤੋਂ ਥੋੜਾ ਜਿਹਾ ਉੱਪਰ ਹੋ ਗਿਆ ਟਾਈਮ। ਸੋ ਤੁਸੀਂ ਕਿਸ ਤਰੀਕੇ ਦੇ ਨਾਲ ਜੋ ਤੁਹਾਡੇ ਕੋਲ ਆਉਂਦੀਆਂ ਵਿਮਨ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇੰਪਾਵਰ ਕਰਦੇ? ਬਲਬੀਰ, ਬਹੁਤ ਸਾਰੀਆਂ ਚੈਰਿਟੀਜ਼ ਨਾ ਗ੍ਰਾਸ ਰੂਟ ਲੈਵਲ ਤੇ ਕੰਮ ਕਰਦੀਆਂ, ਆਰਗੇਨਾਈਜੇਸ਼ਨਸ ਜਿਹੜੀਆਂ ਲੇਡੀਜ਼ ਨੂੰ ਪ੍ਰੋਵਾਈਡ ਕਰਦੇ, ਜਿੱਦਾਂ ਈਸੋਲ ਕਲਾਸਿਸ ਹੋ ਗਏ, ਮੈਂ ਜਾਣਦੀ ਪਰਸਨਲੀ ਬਹੁਤ ਸਾਰੀਆਂ ਚੈਰਿਟੀਜ਼ ਨੂੰ। ਈਸੋਲ ਕਲਾਸਿਸ ਹੋ ਗਈਆਂ, ਐਮਪਲੋਏਬਿਲਿਟੀ ਸਕਿੱਲਸ ਹੋ ਗਈਆਂ, ਤੇ ਅਸੀਂ ਥੋੜਾ ਜਿਹਾ ਉਹ ਤੋਂ ਡਿਫਰੈਂਟ ਕਰਦੇ ਹਾਂ, ਕਿਉਂਕਿ ਇੱਕ ਤਾਂ ਕੋਈ ਪੁਆਇੰਟ ਨਹੀਂ ਓਵਰਲੈਪ ਕਰਨ ਦਾ। ਜਿਹੜੇ ਜੋ ਕੰਮ ਹੁੰਦਾ ਪਿਆ ਬਹੁਤ ਸੋਹਣਾ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੰਦੇ ਨੂੰ ਇੱਕ ਹੋਲਿਸਟਿਕ ਅਪਰੋਚ ਦਿੱਤੀ ਜਾਏ। ਜਿਹੜੇ ਕਿਸੇ ਲੇਡੀ ਨੇ ਟਰੋਮਾ ਐਕਸਪੀਰੀਅੰਸ ਕੀਤਾ ਆ ਜਾਂ ਬੈਕਲੈਸ਼ ਐਕਸਪੀਰੀਅੰਸ ਕੀਤਾ ਆ ਡਿਊ ਟੂ ਵਾਟ ਐਵਰ ਰੀਜ਼ਨਸ, ਤੇ ਅਸੀਂ ਉਹਨਾਂ ਨੂੰ ਐਮਪਾਵਰਮੈਂਟ, realizing that they are important, realizing ਕਿ ਉਹਨਾਂ 'ਚ ਕਿਹੜੀ ਸਕਿੱਲ ਆ ਜਿਹੜੀ ਉਹ ਡਿਵੈਲਪ ਕਰ ਸਕਦੇ ਆ। ਤੇ ਅਸੀਂ ਵਰਕਸ਼ਾਪਸ ਤੇ ਸੈਮੀਨਾਰਸ, ਸਪੀਕਿੰਗ ਇਵੈਂਟਸ ਦੇ ਪ੍ਰੋਵੀਜ਼ਨ ਨਾਲ, ਸੋਸ਼ਲ ਇਵੈਂਟਸ ਵੀ ਮੈਂ ਕਰਵਾਉਂਦੀ ਹਾਂ, ਜਿਹਦੇ 'ਚ ਗਿੱਧਾ ਭੰਗੜਾ ਕਰਦੇ ਅਸੀਂ, ਬਹੁਤ ਮਸਤੀ ਕਰਦੇ, ਡਾਂਸਿੰਗ ਟਾਈਮ, ਸੋ ਇਟਸ ਨਾਟ ਆਲ ਸੀਰੀਅਸ, ਸੋ ਆਲ ਇਜ਼ ਇੰਜੋਇਮੈਂਟ ਐਂਡ ਜਿੱਥੇ ਇਨਕਰੇਜ ਕਰਕੇ। ਐਗਜ਼ੈਕਟਲੀ, ਉਹ ਅਸੀਂ ਜਿੱਦਾਂ ਸਾਲ ਦੇ 2 ਇਵੈਂਟਸ ਅਸੀਂ ਸੈਪਰੇਟ ਰੱਖੇ ਆ, ਜਿੱਦਾਂ ਕਿ ਬਾਕੀ ਸਾਰਾ ਕੁਝ ਅਸੀਂ ਸੀਰੀਅਸ ਕਰਦੇ ਆ, ਪੜ੍ਹਾਈ ਲਿਖਾਈ ਵਾਲਾ, ਕਿ ਫਿਰ ਅਸੀਂ ਐਂਟਰਪ੍ਰੀਨਿਓਰਸ਼ਿਪ ਤੇ ਬਹੁਤ ਐਮਫਸਾਈਜ਼ ਦਿੰਦੇ ਹਾਂ ਕਿ ਇੱਕ ਲੇਡੀ ਕੋ ਆਪਣਾ ਫਾਈਨੈਂਸ਼ੀਅਲ ਸਟਰੀਮ ਹੋਣਾ ਚਾਹੀਦਾ ਹੈ ਜਿੱਥੋਂ ਇਨਕਮ ਬਣਾ ਸਕੇ। ਤੇ ਫਿਰ ਜਿਹਨੂੰ ਮੈਂ ਜਿੱਥੇ ਇੰਟਰੋਡਿਊਸ ਕਰਾ ਸਕਦੀ ਹਾਂ ਮੈਂ ਉੱਥੇ ਕਰਾਉਂਦੀ ਹਾਂ। ਯੈਸਟਰਡੇ ਵੀ ਡਿਡ ਐਨ ਆਨਲਾਈਨ ਐਂਟਰਪ੍ਰੀਨਿਓਰਸ਼ਿਪ ਫੀਮੇਲਸ ਇਵੈਂਟ, ਤੇ ਇੰਟਰਨੈਸ਼ਨਲ ਆਡੀਅੰਸ ਸੀ ਸਾਡੇ ਜ਼ੂਮ ਤੇ, and it went really well. It was first of its kind, so we're very encouraged ਤੇ ਅਸੀਂ probably ਇਹਨੂੰ ਰੈਗੂਲਰ ਬਣਾਉਂਗੇ ਹੁਣ। ਬਹੁਤ ਵਧੀਆ ਕੰਮ ਕਰ ਰਹੇ ਨੇ ਵੂਮਨ ਐਮਪਾਵਰਮੈਂਟ ਕਰਨ ਲਈ, ਸਪੈਸ਼ਲੀ ਜਿਹੜਾ ਹੈਗਾ ਨਾ ਇੱਕ ਲੈਂਗੁਏਜ ਬੈਰੀਅਰ। ਆਪਣੇ ਐਕਸਪੀਰੀਅੰਸ 'ਚ ਵੀ ਮੈਂ ਵੇਖਿਆ ਕਿ ਜਿੱਥੇ ਲੇਡੀਜ਼ ਨੂੰ ਇੰਗਲਿਸ਼ ਦੀ ਪ੍ਰੋਬਲਮ ਹੁੰਦੀ ਆ, ਉੱਥੇ ਕਿਉਂਕਿ ਵੀ ਲਿਵ ਇਨ ਇੰਗਲੈਂਡ, ਉੱਥੇ ਜ਼ਰੂਰੀ ਹੁੰਦਾ ਕਿ ਤੁਹਾਡੀ ਲੈਂਗੁਏਜ ਜਿਹੜੀ ਹੈਗੀ ਆ, ਜਿਹੜੀ ਵੀ ਤੁਸੀਂ ਲੈਂਗੁਏਜ ਬੋਲਦੇ ਹੋ, ਇੰਗਲਿਸ਼ ਉਸ ਦੇ ਵਿੱਚ ਆਉਣੀ ਜ਼ਰੂਰੀ ਹੈਗੀ ਹੈ। ਇਹ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਕਿ ਫਸਟ ਇੰਪਾਵਰਮੈਂਟ ਜਿਹੜੀ ਹੈਗੀ ਹੈ ਲੈਂਗੁਏਜ। ਜਿੱਥੇ ਅਸੀਂ ਕਈ ਵਾਰੀ ਹੁੰਦਾ ਕਿ ਹਸਪੀਟਲ ਵਗੈਰਾ ਜਾਣਾ ਹੋਏ ਜਾਂ ਕਿਤੇ ਜਾਣਾ ਹੋਏ, ਜਦੋਂ ਸਾਨੂੰ ਕਮਿਊਨੀਕੇਸ਼ਨ ਨਹੀਂ ਆ ਰਹੀ ਤੇ ਅਸੀਂ ਬੈਕਵਰਡ ਹੋ ਜਾਂਦੇ ਹਾਂ। ਐਂਡ ਇਹਦੇ ਵਿੱਚ ਕਈ ਕੇਸਿਸ ਡੋਮੈਸਟਿਕ ਵਾਇਲੈਂਸ ਦੇ ਵੀ ਇਨਕਲੂਡ ਹੁੰਦੇ ਆ, ਜਿਹਦੇ 'ਚ ਅਸੀਂ ਗੱਲ ਸੋਚਦੇ ਹਾਂ ਵੀ ਅਸੀਂ ਗੱਲ ਕਰਾਂਗੇ, ਸਮਝਾਵਾਂਗੇ ਕਿਸ ਤਰੀਕੇ ਦੇ ਨਾਲ। ਸੋ ਦੈਟਸ ਅ ਗ੍ਰੇਟ, ਤੁਸੀਂ ਵਰਕ ਕਰ ਰਹੇ ਹੋ। ਐਂਡ ਇੱਕ ਹੋਰ ਮੈਂ ਕੁਐਸਚਨ ਪੁੱਛਾਂਗੀ ਕਿ ਵੂਮਨ ਇੰਪਾਵਰਮੈਂਟ ਦਾ ਇੰਪੋਰਟੈਂਸ ਕੀ ਹੈ ਤੁਹਾਡੀ ਨਜ਼ਰ ਦੇ ਵਿੱਚ? ਇਹ ਸਾਡੇ ਕੋਲ ਕਿੰਨਾ ਟਾਈਮ ਹੈ? ਪੁਆਇੰਟ ਵੀ ਨੋਟਿਸ, ਸਾਡੇ ਕੋਲ ਕਿੰਨਾ ਟਾਈਮ ਹੈ ਬਲਬੀਰ? ਵੀ ਗੋ ਪਲੈਂਟੀ ਆਫ ਟਾਈਮ, ਡੋਨਟ ਵਰੀ ਅਬਾਊਟ ਇਟ। ਇੰਪਾਵਰਮੈਂਟ ਦਾ ਬਹੁਤ ਵੱਡਾ ਇੰਪੋਰਟੈਂਸ ਆ, ਤੇ ਕੱਲੀ ਵਿਮਨ ਇੰਪਾਵਰਮੈਂਟ ਦਾ ਕਿਉਂ, ਇੰਪਾਵਰਮੈਂਟ ਦਾ ਬਹੁਤ ਵੱਡਾ ਇੰਪੋਰਟੈਂਸ ਆ। ਮੈਂ ਇਹ ਪੁਆਇੰਟ ਬਾਰ-ਬਾਰ ਕਹਿੰਦੀ ਆ ਕਿ ਜਿਹੜੀ ਵਿਮਨ ਇੰਪਾਵਰਮੈਂਟ ਆ ਉਹ ਕਿਸੇ ਨਾਲ ਕੰਪੀਟੀਸ਼ਨ 'ਚ ਨਹੀਂ ਆ। ਸਾਡਾ ਜਿਹੜਾ ਸਾਡੀ ਲੜਾਈ ਆ ਉਹ ਸਾਡੀ ਮਰਦ ਸਮਾਜ ਨਾਲ ਨਹੀਂ ਆ। ਸਾਡੀ ਜਿਹੜੀ ਲੜਾਈ ਆ ਉਹ ਸਾਡੀ ਸੋਚ ਨਾਲ ਆ। ਜਿੱਥੇ ਸਾਡੇ ਸਕ੍ਰਿਪਚਰਸ ਤਾਂ ਕਹਿੰਦੇ ਆ ਕਿ ਔਰਤਾਂ ਨੂੰ ਇੱਜ਼ਤ ਕਰੋ, ਔਰਤਾਂ ਨੂੰ ਪਿਆਰ ਨਾਲ ਰੱਖਣਾ ਚਾਹੀਦਾ, ਉਹਨਾਂ ਦੀ ਜ਼ਿੰਮੇਵਾਰੀ ਚੱਕਣੀ ਚਾਹੀਦੀ, ਉਹਨਾਂ ਨੂੰ ਪ੍ਰੋਟੈਕਟ ਕਰਕੇ ਰੱਖਣਾ ਚਾਹੀਦਾ ਆ, ਉਹ ਵੀ ਇੰਨੀਆਂ ਕੇਪੇਬਲ ਹੁੰਦੀਆਂ। ਸਕ੍ਰਿਪਚਰਸ ਆ ਕਹਿੰਦੇ ਆ, ਸਿੱਖ ਸਕ੍ਰਿਪਚਰਸ ਲੈ ਲਓ, ਹਿੰਦੂ ਸਕ੍ਰਿਪਚਰਸ ਲੈ ਲਓ, ਇਸਲਾਮਿਕ ਸਕ੍ਰਿਪਚਰਸ ਲੈ ਲਓ, ਜੋ ਮਰਜ਼ੀ ਲੈ ਲਓ, ਰਾਈਟ? ਸਾਡੀ ਪ੍ਰੈਕਟਿਸ ਕੀ ਆ ਉਹਦੇ 'ਤੇ ਫੋਕਸ ਕਰਨਾ ਜ਼ਿਆਦਾ ਇੰਪੋਰਟੈਂਟ ਹੈ ਕਿ ਸਾਡੀ ਜਿਹੜੀ ਪ੍ਰੈਕਟਿਸ ਆ, ਅਸੀਂ ਉਹ ਜਿਹੜੇ ਸਾਡੇ ਸਕ੍ਰਿਪਚਰਸ ਸਾਨੂੰ ਕਹਿੰਦੇ ਪਏ ਅਸੀਂ ਉਹਨੂੰ ਔਨਰ ਕਰਦੇ ਹਾਂ ਕਿ ਅਸੀਂ ਆਪਣੀ ਪ੍ਰੈਕਟਿਸ ਚਲਾਈ ਹੋਈ ਆ, ਜਿਸ 'ਚ ਅਸੀਂ ਛੋਟੇ ਹੁੰਦੇ ਤੋਂ ਇੱਕ ਕੁੜੀ ਨੂੰ ਕਹਿਤਾ ਤੂੰ ਤਾਂ ਕੁਛ ਕਰ ਹੀ ਨਹੀਂ ਸਕਦੀ, ਰਾਈਟ? ਇੰਪਾਵਰਮੈਂਟ ਮੈਂ ਕਹਿੰਦੀ ਹਾਂ ਜੇ ਹਰ ਬੱਚੇ ਨੂੰ ਫੇਅਰ ਚਾਂਸ ਦਿੱਤਾ ਜਾਏ, ਹਰ ਬੱਚੇ ਨੂੰ ਫੇਅਰ ਅਪਰੋਚ ਨਾਲ ਵੱਡਾ ਕੀਤਾ ਜਾਏ, ਸਾਡੇ ਲੋਕਾਂ 'ਚ ਜਿਹੜੀਆਂ ਕੁੜੀਆਂ ਆ ਦੇ ਕੈਨ ਡੂ ਮਾਰਵਲਸ। ਅਸੀਂ ਮੈਂ ਥੋੜੀ ਰੇਸਿਸਟ ਗੱਲ ਕਰਨ ਲੱਗੀ ਸੀ ਕਿ ਅਸੀਂ ਅਸੀਂ ਰੇਸ਼ਲੀ ਜਿੱਦਾਂ ਕਲੇਵਰ ਲੋਕ ਹਾਂ, ਅਸੀਂ ਥਿੰਕਿੰਗ ਐਨਾਲਿਟੀਕਲ ਲੋਕ ਹਾਂ। ਸਾਨੂੰ ਜਿੱਦਾਂ ਦਾ ਸਾਡਾ ਸਟਰਕਚਰ ਹੁੰਦਾ, ਸੋਸ਼ਲ ਸਟਰਕਚਰ ਆ, ਕਲਚਰਲ ਸਾਡਾ ਸਟਰਕਚਰ ਆ, ਸਾਡੇ ਕਲਚਰ 'ਚ ਬਹੁਤ ਕੀਮਤੀ ਚੀਜ਼ਾਂ ਨੇ, ਬਹੁਤ ਸੋਹਣੀਆਂ ਚੀਜ਼ਾਂ ਨੇ, ਪਰ ਜਦੋਂ ਤੁਸੀਂ ਇੱਕ ਕੁੜੀ ਨੂੰ, ਇੱਕ ਔਰਤ ਨੂੰ, ਉਹਦਾ ਦਿਮਾਗ ਤੁਸੀਂ ਇੱਦਾਂ ਡਾਰਕਨੈਸ ਨਾਲ ਤੁਸੀਂ ਉਹਨੂੰ ਕਰਾਤਾ, ਐਨਗਲਫ ਕਰਤਾ, ਉਹਨੂੰ ਤੁਸੀਂ ਲਾਈਟ ਦਿੰਦੇ ਹੀ ਨਹੀਂ ਆ, ਉਹਨੂੰ ਤੁਸੀਂ ਹੋਪ ਦਿੰਦੇ ਹੀ ਨਹੀਂ ਆ। ਹਾਊ ਇਜ਼ ਸ਼ੀ ਸਪੋਜ਼ਡ ਟੂ ਥਿੰਕ ਐਨੀਥਿੰਗ ਅਹੈਡ? ਜਾਂ ਸਰਵਾਈਵਲ ਤੋਂ ਬਿਨਾਂ ਉਹ ਕੀ ਸੋਚ ਸਕਦੀ ਆ?
ਫਿਰ ਉਹ ਇਹੋ ਸੋਚੂਗੀ ਕਿ ਮੈਨੂੰ ਰੋਟੀ ਕਿੱਥੋਂ ਮਿਲਦੀ ਆ, ਮੇਰੇ ਸਿਰ ਤੇ ਛੱਤ ਕਿੱਥੇ ਆ, ਫਿਰ ਠੀਕ ਹੈ ਮੈਂ ਚੁੱਪ ਕਰਕੇ ਬੈਠੀ ਰਹਿੰਦੀ ਆ। ਸੋ ਬੇਸਿਕ ਨੀਡਸ ਤੇ ਆ ਜਾਂਦੀ ਹੈ ਗੱਲ, ਬੇਸਿਕ ਨੀਡਸ ਤੇ ਆ ਜਾਂਦੀ ਹੈ, which is fine, ਪਰ we are meant to do more than that। ਕਹਿੰਦੇ ਨਾ ਰੱਬ ਨੂੰ ਹਰੇਕ ਜਣੇ ਨੂੰ ਕੁਛ ਨਾ ਕੁਛ ਸਪੈਸ਼ਲ ਕਰਨ ਵਾਸਤੇ ਸਾਨੂੰ ਬਣਾਇਆ ਗਿਆ। ਉਹਦੇ ਕਰਕੇ ਇਹ ਹੈਗਾ ਕਿ ਜਿੱਦਾਂ ਕਿ ਤੁਸੀਂ ਇਨਕਰੇਜ, ਤੁਸੀਂ ਆਪਣਾ ਰਿਅਲਾਈਜ਼ ਕੀਤਾ ਤੇ ਤੁਸੀਂ ਅੱਜ ਇੱਥੇ ਹੋ ਐਂਡ ਯੂ ਆਰ ਗਿਵਿੰਗ ਮੋਰ ਇਨਫੋਰਮੇਸ਼ਨ ਟੂ ਅਦਰ ਵੂਮਨਸ ਟੂ ਨਾਟ ਟੂ ਥਿੰਕ ਦੈਟ ਵੇ। ਸੋ ਇਹ ਇੰਪਾਵਰਮੈਂਟ ਜਿਹੜੀ ਹੈਗੀ ਹੈ ਤੁਹਾਡੀ ਬਹੁਤ ਵੱਡਾ ਉਪਰਾਲਾ ਹੈਗਾ। ਸੋ ਵਾਟ ਇਜ਼ ਮੇਨ ਏਮ ਤੁਹਾਡੀ ਜਿਹੜੀ ਸੰਸਥਾ ਹੈਗੀ ਹੈ ਜਿਹਨੂੰ ਅਸੀਂ ਕਹਾਂਗੇ ਉਹਦਾ ਮੇਨ ਇੰਪਾਵਰਮੈਂਟ ਦਾ ਏਮ ਕੀ ਹੈਗਾ? ਮੇਰੀ ਜਿਹੜੀ ਆਰਗੇਨਾਈਜੇਸ਼ਨ ਹੈ ਕੁਸ਼ਲਿਆ UK, ਮੈਂ ਆਪਣੇ ਦਾਦੀ ਜੀ ਦੇ ਨਾਂ ਤੇ ਉਹਨੂੰ ਨਾਂ ਦਿੱਤਾ ਹੈ। ਦੈਟਸ ਸੋ ਨਾਈਸ। ਤੇ ਮੇਰੇ ਦਾਦੀ ਬਹੁਤ ਐਮਪਾਵਰਡ ਵੂਮਨ ਸੀ ਆਫ ਕੰਸੀਡਰਿੰਗ ਹਰ ਟਾਈਮਸ। ਹਾਂਜੀ। ਤੇ ਉਹ ਵਿਡੋ ਹੋ ਗਈ ਸੀ when she was only 32। Okay। and she had 7 children। ਤੇ ਕਿਉਂਕਿ ਉਹਨਾਂ ਜ਼ਮਾਨਿਆਂ 'ਚ ਛੇਤੀ ਵਿਆਹ ਹੋ ਜਾਂਦੇ ਸੀ ਤੇ ਉਹਨਾਂ ਦੇ 7 ਬੱਚੇ ਸੀ। ਸਭ ਤੋਂ ਛੋਟੇ ਮੇਰੇ ਚਾਚਾ ਜੀ ਸੀ ਜਿਹੜੇ ਸਿਰਫ 2-2.5 ਸਾਲ ਦੇ ਸੀ। Okay। she stood the test of time। ਕੱਲੇ ਉਹਨਾਂ ਨੇ ਬੱਚੇ ਪਾਲੇ, ਸੋਸਾਇਟੀ ਨੂੰ ਫੇਸ ਕੀਤਾ, ਕੱਲੇ ਆਪਣੀ ਰਿਸਪੈਕਟ ਮੇਨਟੇਨ, ਆਨਰ ਮੇਨਟੇਨ ਕਰਕੇ ਰੱਖਿਆ। ਲੋਕੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ, ਬਹੁਤ ਸਤਿਕਾਰ ਕਰਦੇ ਸੀ। ਉਹਨਾਂ 'ਚ ਉਹ ਐਲੀਮੈਂਟ ਹੈਗਾ ਸੀ। ਐਂਡ ਸ਼ੀ ਵਾਸ ਕਲੇਵਰ ਫॉर ਹਰ ਟਾਈਮਸ, ਵੈਰੀ ਐਮਪਾਵਰਡ ਫॉर ਹਰ ਟਾਈਮਸ। ਤੇ ਮੈਨੂੰ ਲੱਗਿਆ ਕਿ ਉਹਨਾਂ ਦੇ ਨਾਂ ਤੇ ਹੀ ਬੈਸਟ ਸੂਟਡ ਹੈ। ਸੋ ਤਾਂ ਲੱਗਦਾ ਕਿ ਆਪਣੀ ਦਾਦੀ ਦੇ ਜੀਨ ਤੁਹਾਡੇ ਦੇ ਚ ਆ ਗਏ। ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਮੇਰੇ ਦਾਦੀ ਜੀ ਦੇ ਜੀਨਸ ਆ। ਵੀ ਆਲ ਗੈਟ ਪ੍ਰਾਊਡ। ਸਾਡੇ ਕਈ ਵਾਰੀ ਦੇਖਣ ਚ ਆਇਆ ਵੀ ਲੋਕੀ ਕਹਿੰਦੇ ਕਿ ਹਰ ਇੱਕ ਕਾਮਯਾਬ ਬੰਦੇ ਦੇ ਪਿੱਛੇ ਔਰਤ ਦਾ ਹੱਥ ਹੁੰਦਾ, ਪਰ ਹਰ ਇੱਕ ਔਰਤ ਕਾਮਯਾਬ ਹੁੰਦੀ ਹੈ ਉਹਦੇ ਚ ਵੀ ਔਰਤ ਦਾ ਹੀ ਹੱਥ ਹੁੰਦਾ ਹੈ। ਇਹ ਥੋੜਾ ਹੁਣ ਟਵਿਸਟ ਹੋ ਗਿਆ, ਇਹ ਤੁਸੀਂ ਹੁਣ ਬਾਇਸਡ ਹੋ ਗਏ ਥੋੜਾ। ਮੈਂ ਕਹੂੰਗੀ ਕਿ ਔਰਤ ਨੂੰ ਜੇ ਅਸੀਂ ਐਮਪਾਵਰ ਕਰਨਾ ਆ ਬਲਬੀ, ਤੇ ਉਹਦੇ ਲਈ ਮਰਦਾਂ ਦੀ ਕੰਟਰੀਬਿਊਸ਼ਨ ਬਹੁਤ ਇੰਪੋਰਟੈਂਟ ਹੈ। ਐਬਸੋਲੂਟਲੀ। ਅਸੀਂ ਇਹ ਨਹੀਂ ਕਰ ਸਕਦੇ ਕਿ ਅਸੀਂ ਉਹਨਾਂ ਨੂੰ ਸਾਈਡ ਤੇ ਖੜਾ ਕਰ ਦਈਏ ਤੇ ਅਸੀਂ ਆਪਣੀ ਮੀਟਿੰਗ ਕਰਨ ਲੱਗ ਜਾਈਏ ਤੇ ਫਿਰ ਆਪਾਂ ਸੋਚੀਏ ਕਿ ਸੋਸਾਇਟੀ ਹੁਣ ਚੇਂਜ ਹੋ ਜੂਗੀ ਜਾਂ ਸਟਰਕਚਰ ਚੇਂਜ ਹੋ ਜੂਗਾ ਜਾਂ ਸਾਡੀ ਸੋਚ ਬਦਲ ਜੂਗੀ। ਪ੍ਰੋਗਰੈਸ ਜਿਹੜੀ ਆ ਉਹ ਹਾਰਮਨੀ 'ਚ ਆ। ਉਹ ਜਿਹੜੀ ਪਿਆਰ ਮੁਹੱਬਤ ਨਾਲ, ਸ਼ਾਂਤੀ ਨਾਲ ਜਿਹੜੀ ਗੱਲ ਹੋ ਜੇ, ਅਸਲੀ ਪ੍ਰੋਗਰੈਸ ਜਿਹੜੀ ਆ ਉਹ ਉਸ ਗੱਲ 'ਚ ਆ ਕਿ ਹਸਬੈਂਡ ਵੀ ਸਮਝੇ ਕਿ ਮੇਰੀ ਵਾਈਫ ਵੈਲਿਊਏਬਲ ਹੈ, ਜਿੱਦਾਂ ਵਾਈਫ ਸਮਝਦੀ ਆ ਕਿ ਹਸਬੈਂਡ ਵੈਲਿਊਏਬਲ ਹੈ। ਭਰਾ ਵੀ ਆਪਣੀ ਭੈਣ ਨੂੰ ਓਨੀ ਫੁਟੇਜ ਦੇ, ਓਨਾ ਹੀ ਸਤਿਕਾਰ ਦੇ, ਓਨਾ ਹੀ ਆਪਣੀਆਂ ਰਾਈਟਸ ਪ੍ਰੈਕਟਿਸ ਕਰਨ ਦਾ ਮੌਕਾ ਦੇ ਜਿੰਨਾ ਕਿ ਉਹ ਚਾਹੁੰਦਾ ਉਹਦੀ ਭੈਣ ਉਹਨੂੰ ਸਪੋਰਟ ਕਰੇ। ਮਾਂ ਪਿਓ ਆਪਣੀ ਧੀ ਨੂੰ ਓਨੇ ਹੀ ਮੌਕੇ ਦੇਣ ਅੱਗੇ ਵਧਣ ਦੇ, ਫੁੱਲਣ ਫੁੱਲਣ ਦੇ, ਉਹ ਬਣਨ ਦੇ ਜਿਹਦੇ ਲਈ ਉਹ ਪੈਦਾ ਹੋਈ ਆ, ਜੋ ਉਹਦੇ 'ਚ ਅਸਲੀ ਸਕਿੱਲ ਆ ਉਹਨੂੰ ਵਧਣ ਦੇ ਉਹ ਮੌਕੇ ਦੇਣ। ਤੇ that is empowerment। Absolutely, that's a great answer। So ਰਿਤੂ, ਜਿੱਦਾਂ ਤੁਸੀਂ ਇੰਨੇ ਚਿਰ ਤੋਂ ਕੌਸ਼ਲਿਆ ਜਿਹੜਾ ਤੁਹਾਡੀ ਦਾਦੀ ਦੇ ਨਾਮ ਤੇ ਤੁਸੀਂ ਸੰਸਥਾ ਚਾਲੂ ਕੀਤੀ ਹੈ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਤੁਸੀਂ ਸਿਰਫ ਏਸ਼ੀਅਨ ਵੂਮਨਸ ਨੂੰ ਆਉਂਦੇ ਨੇ ਕਿ there is a variety of women come to you? ਅਨਫੋਰਚੂਨੇਟਲੀ ਕਿਉਂਕਿ ਮੈਂ ਆਪ ਇੰਡੀਅਨ, ਸੌਰੀ ਨਾਟ ਅਨਫੋਰਚੂਨੇਟਲੀ ਕਿ ਮੈਂ ਇੰਡੀਅਨ ਆ, ਪਰ ਕਿਉਂਕਿ ਮੈਂ ਇੰਡੀਅਨ ਆ ਤੇ ਕਿਉਂਕਿ ਨਾ ਜਿਹੜਾ ਆਰਗੇਨਾਈਜੇਸ਼ਨ ਦਾ ਉਹ ਏਸ਼ੀਅਨ ਨਾ ਹੈ, ਲੋਕਾਂ ਨੂੰ ਸੁਣ ਕੇ ਪਤਾ ਲੱਗ ਜਾਂਦਾ। people do have a perception ਕਿ maybe ਉਹ ਸਿਰਫ ਏਸ਼ੀਅਨ ਲੇਡੀਜ਼ ਨਾਲ ਕੰਮ ਕਰਦੇ ਆ, but that is not the case। we are open to everyone। ਕਿਸੇ ਵੀ walk of life ਤੋਂ, ਕਿਸੇ ਵੀ ਕਲਚਰ ਤੋਂ, ਕਿਸੇ ਵੀ ਰੇਸ ਤੋਂ, ਕਿਸੇ ਵੀ ਰਿਲੀਜਨ ਤੋਂ। ਸਾਡਾ ਮੋਟਿਵ ਜਿਹੜਾ ਆ ਉਹ ਵਿਮਨ ਇੰਪਾਵਰਮੈਂਟ ਆ। ਇੰਡੀਅਨ ਵਿਮਨ ਇੰਪਾਵਰਮੈਂਟ ਨਹੀਂ ਆ ਜਾਂ ਏਸ਼ੀਅਨ ਵਿਮਨ ਇੰਪਾਵਰਮੈਂਟ। ਵੀ ਆਰ ਓਪਨ ਟੂ ਐਵਰੀਬਡੀ। ਤੇ ਸਾਡੇ ਨਾਲ ਬਹੁਤ ਸਾਰੇ ਦੂਸਰੇ ਲੋਕੀ ਵੀ ਜੁੜੇ ਆ ਜਿਹੜੇ ਅਦਰ ਰੇਸਿਸ ਦੇ, ਬਿਲੀਫਸ ਦੇ, ਐਂਡ ਇਟਸ ਆਲ ਅਬਾਊਟ ਸਪਰੈਡਿੰਗ ਲਵ ਤੇ ਐਂਡ ਇਨਕਲੂਜਨ। that's what we believe। so do you have, ਜਦੋਂ ਆਪਾਂ women in power ਗੱਲ ਕਰਦੇ ਆ, I mean it's include girls as well, ਕੀ ਤੁਹਾਡੇ ਸੰਸਥਾ ਦੇ ਵਿੱਚ girls ਵੀ ਹੈਗੇ ਆ ਜਿਨ੍ਹਾਂ ਨੂੰ ਤੁਸੀਂ empower ਕਰਦੇ ਹੋ from teenager? yeah, we are open to anybody from 18 and above। so 18 ਤੋਂ over ਜਿਹੜੇ ਹੈਗੇ। 18 ਤੋਂ over ਜਿਹੜੇ। so ਕਿਹੜੇ ਬੈਕਗ੍ਰਾਉਂਡ ਤੋਂ, ਕਿਸ ਮੁੱਦੇ ਤੋਂ ਤੁਹਾਡੇ ਕੋਲ empowerment ਵਾਸਤੇ ਲੇਡੀਜ਼ ਆਉਂਦੀਆਂ ਹੈਗੀਆਂ? you'd be surprised the variety of issues we have। ਤਾਂ ਹੀ ਮੈਂ ਬਲਬੀਰ ਤੁਹਾਨੂੰ ਕਹਿੰਦੀ, ਜਦੋਂ ਤੱਕ ਨਾ ਬੰਦਾ ਆਪਣੇ ਬਬਲ 'ਚ ਹੁੰਦਾ ਨਾ, ਜੇ ਤੱਕ ਆਪਣੇ ਦੁੱਖ 'ਚ ਦੁਖੀ ਹੁੰਦਾ, ਉਦੋਂ ਤੇ ਉਹ ਬੰਦੇ ਨੂੰ ਲੱਗਦਾ ਨਾ ਕਿ ਮੇਰੇ ਤੋਂ ਬੁਰੀ ਕਿਸਮਤ ਕਿਸੇ ਦੀ ਨਹੀਂ। ਹਾਂਜੀ, ਇਹ ਸਾਰੇ ਸੋਚਦੇ ਵੀ ਮੇਰਾ ਦੁੱਖ ਜਿਹੜਾ ਦੈਟਸ ਦ ਮੇਨ, ਸਭ ਤੋਂ ਵੱਡਾ ਆ। ਤੇ which is fair, which is okay। it's okay to feel like this। ਮੈਂ ਨਹੀਂ ਕਹਿੰਦੀ ਕਿ ਇਹ ਫੀਲ ਨਹੀਂ ਕਰਨਾ ਚਾਹੀਦਾ। ਇੱਕ ਜਦੋਂ ਅਸੀਂ ਇੱਕ ਫੇਸ ਤੇ ਹੁੰਦੇ ਆ, it's okay to feel like this। ਤੇ ਸਾਨੂੰ ਲੱਗਦਾ ਹੈ ਕਿ I'm the doomed one, ਮੇਰੀ ਕਿਸਮਤ ਮਾੜੀ, ਰੱਬ ਨੇ ਪਤਾ ਨਹੀਂ ਕਿੱਦਾਂ ਲਿਖੀ ਆ। I was there once, right। ਮੈਂ ਬਹੁਤ ਸਾਲ ਇਸੇ ਚੱਕਰ 'ਚ ਹੀ ਰਹੀ ਹਾਂ। ਜਦੋਂ ਮੈਂ ਬਹੁਤ ਸਾਲ ਪਹਿਲਾਂ ਮੈਂ ਇੱਦਾਂ ਹੀ ਸੀ। ਆਈ ਯੂਜ਼ ਟੂ ਕਰਸ ਮਾਈਸੈਲਫ। ਮੈਨੂੰ ਲੱਗਦਾ ਸੀ ਮੇਰੀ ਕਿਸਮਤ ਖਰਾਬ ਹੈ, ਐਕਸੈਟਰਾ ਐਕਸੈਟਰਾ। ਜਦੋਂ ਤੁਸੀਂ ਆਪਣੇ ਬਬਲ ਤੋਂ ਬਾਹਰ ਨਿਕਲਦੇ ਆ, ਤੁਸੀਂ ਐਕਚੁਅਲੀ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਬਾਹਰ ਕੀ ਆ, ਫਿਰ ਤੁਸੀਂ ਰਿਅਲਾਈਜ਼ ਕਰਦੇ ਆ ਕਿ ਤੁਸੀਂ ਤਾਂ ਐਕਸਪੀਰੀਅੰਸ ਹੀ ਕੁਛ ਨਹੀਂ ਕੀਤਾ।
ਤੁਹਾਡੇ ਤੋਂ ਵੀ ਜ਼ਿਆਦਾ ਤੁਹਾਡੇ ਦੁਖੀ ਤੋਂ ਲੋਕ ਵੀ ਜ਼ਿਆਦਾ ਬੁਰੇ ਹਾਲਤ 'ਚ ਲੋਕੀ ਆ। ਮੈਂ ਕਹਿੰਦੀ ਰੱਬ ਦਾ ਮੈਂ ਸਵੇਰੇ ਸ਼ਾਮ ਸ਼ੁਕਰ ਕਰਦੀ ਹਾਂ, ਮੈਂ ਆਪਣੇ ਡੈਡ ਦਾ ਸਵੇਰੇ ਸ਼ਾਮ ਸ਼ੁਕਰ ਕਰਦੀ ਹਾਂ, ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਕਿ ਉਹਨਾਂ ਨੇ ਠੀਕ ਆ ਬਾਕੀ ਬਹੁਤ ਗੱਲਾਂ 'ਚ ਡਿਸਕ੍ਰਿਮੀਨੇਸ਼ਨ ਕੀਤੀ ਪਰ ਪੜ੍ਹਾਉਣ ਲਿਖਾਉਣ 'ਚ ਉਹਨਾਂ ਨੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ। ਮੈਨੂੰ ਪੜ੍ਹਨ ਦੀ ਆਜ਼ਾਦੀ ਸੀ, ਮੈਂ ਮਾਸਟਰਸ ਕੀਤੀ, ਮੈਂ ਯੂਨੀਵਰਸਿਟੀ ਟੌਪਰ ਸੀ, ਮੈਂ ਬੀਐਡ ਕੀਤੀ, ਉਸ ਤੋਂ ਬਾਅਦ ਮੈਂ ਉਸ ਤੋਂ ਪਹਿਲਾਂ BSc ਕੀਤੀ ਸੀ ਅਤੇ ਹੀ ਅਲਾਉਡ ਮੀ ਟੂ ਡੂ ਦੈਟ। ਜੇ ਇੱਦਾਂ ਦੇ ਪੇਰੈਂਟਸ ਹੁੰਦੇ ਕਹਿੰਦੇ ਪੜ੍ਹਾਉਣਾ ਵੀ ਨਹੀਂ ਆ ਦੈਨ ਇਟ ਵੁੱਡ ਹੈਵ ਬੀਨ ਅ ਪ੍ਰੋਬਲਮ। ਅਤੇ ਮੈਂ ਦੇਖਿਆ ਇੱਦਾਂ ਦੀਆਂ ਕੁੜੀਆਂ ਅਨਫੋਰਚੂਨੇਟਲੀ ਜਿਹੜੀਆਂ ਸਿਚੁਏਸ਼ਨ ਥਿਕ 'ਚ ਹੈਗੀਆਂ ਪਰ ਦੇ ਆਰ ਨਾਟ ਕੁਆਲੀਫਾਈਡ, ਦੇ ਆਰ ਨਾਟ ਸਕਿਲਡ ਇਨਫ ਐਂਡ ਬਿਕੋਜ਼ ਆਈ ਵਾਜ਼ ਕੁਆਲੀਫਾਈਡ, ਮੇਰੇ ਕੋਲ ਸਕਿੱਲ ਸੀ, ਮੈਂ ਕੁਆਲੀਫਾਈਡ ਟੀਚਰ ਸੀ, ਇਟ ਵਰਕਡ ਫॉर मी। ਮੈਂ ਇਹ ਨਹੀਂ ਕਹਿੰਦੀ ਕਿ ਈਜ਼ੀ ਸੀ ਬਟ ਇਟ ਵਰਕਡ ਫॉर मी ਥੈਂਕਸ ਟੂ ਗॉड। ਪਰ ਇਹ ਹੈਗਾ ਕਿ ਰਿਤੂ ਜਦੋਂ ਸਾਡੀ ਐਜੂਕੇਸ਼ਨ ਅਸੀਂ ਹਾਸਿਲ ਕਰਦੇ ਹਾਂ ਸਾਡੇ ਉਹ ਜ਼ਹਿਨ ਦੇ ਵਿੱਚ ਉਹ ਟਾਈਮ ਜਿਹੜਾ ਹੈਗਾ ਐਜੂਕੇਸ਼ਨ ਕਹਿੰਦੇ ਕਿ ਇੱਕ ਇਹੋ ਜਿਹੀ ਦੌਲਤ ਹੈ ਚੋਰ ਚੋਰੀ ਕਰ ਸਕਦਾ ਤੁਹਾਡਾ ਧਨ, ਤੁਹਾਡਾ ਇਲਮ ਕੋਈ ਨਹੀਂ ਚੱਕ ਤੁਹਾਡਾ ਜਿਹੜਾ ਇਲਮ ਹੈ ਉਹ ਤੁਹਾਡੇ ਲਈ ਹਮੇਸ਼ਾ ਉੱਥੇ ਜਿੱਥੇ ਮਰਜ਼ੀ ਤੁਸੀਂ ਉਹ ਯੂਜ਼ ਕਰ ਸਕਦੇ ਹੋ। ਸੋ ਇਹ ਤੇ ਐਜੂਕੇਸ਼ਨ ਤੇ ਆਈ ਥਿੰਕ ਇਟਸ ਵੈਰੀ ਵੈਰੀ ਇੰਪੋਰਟੈਂਟ ਹੈ। ਇੱਕ ਇਹੋ ਜਿਹਾ ਹੀਰਾ ਹੈ ਜੋ ਤੁਸੀਂ ਕਿੱਥੇ ਵੀ ਵਰਤ ਸਕਦੇ ਹੋ ਜਦੋਂ ਮਰਜ਼ੀ। ਤੇ ਹੁਣ ਜਿਹੜੀ ਔਰਤਾਂ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਕੋਲ ਕਿੰਨੀ ਕੁ ਐਜੂਕੇਸ਼ਨ ਤੁਹਾਡੇ ਕੋਲ ਜਿਹੜੀ ਸੰਸਥਾ ਦੇ ਵਿੱਚ ਆਉਂਦੀਆਂ ਉਹਨਾਂ ਕੋਲ ਲੈਕ ਆਫ ਐਜੂਕੇਸ਼ਨ ਹੈਗੀ ਹੈ? ਨਾਟ ਆਲ ਆਫ ਦੈਮ, ਨਾਟ ਆਲ ਆਫ ਦੈਮ। ਕਈ ਚੰਗੀਆਂ ਕੁਆਲੀਫਾਈਡ ਕੁੜੀਆਂ ਨੇ ਜਿਹੜੀਆਂ ਸਕਿਲਡ ਨੇ, ਜੌਬਸ 'ਚ ਵੀ ਆ, ਜ਼ਰੂਰੀ ਨਹੀਂ ਕਿ ਸਾਰੇ ਜੌਬਲੈਸ ਲੋਕੀ ਹੁੰਦੇ ਆ, ਕਈ ਚੰਗੀਆਂ ਜੌਬਸ 'ਚ ਵੀ ਆ, ਕਈ ਸਿਰਫ ਹੁੰਦੇ ਆ ਬਿਕੋਜ਼ ਇਟਸ ਅ ਫੀਲ ਗੁੱਡ ਫੈਕਟਰ। ਹਾਂਜੀ, ਜਦੋਂ ਅਸੀਂ ਇਵੈਂਟਸ ਕਰਾਉਂਦੇ ਆ ਲੋਕੀ ਹੁੰਦੇ ਕਿਉਂਕਿ ਦੇ ਨੋ ਦੇ ਗੈਟ ਪਰਸਨਲੀ ਡਿਵੈਲਪਡ। ਹਾਂਜੀ, ਫਿਰ ਅਸੀਂ ਪ੍ਰੋਫੈਸ਼ਨਲ ਡਿਵੈਲਪਮੈਂਟ 'ਤੇ ਬਹੁਤ ਫੋਕਸ ਕਰਦੇ ਆ, ਜਿੱਦਾਂ ਇੰਟਰਵਿਊ ਸਕਿੱਲਸ ਹੋ ਗਈਆਂ ਉਹ ਕਰਾਉਣ 'ਤੇ ਸਾਡਾ ਫੋਕਸ ਹੈ ਕਿ ਅਸੀਂ ਵਰਕਸ਼ਾਪਸ ਕਰਾਉਂਦੇ ਹਾਂ ਜਿਸ 'ਚ ਲੋਕਾਂ ਨੂੰ ਕੌਨਫੀਡੈਂਸ ਬਿਲਡਿੰਗ, ਜਿੱਦਾਂ ਹੁਣ ਅਸੀਂ ਗੱਲ ਕਰਦੇ ਹਾਂ ਇਟਸ ਆਲ ਟੂ ਡੂ ਵਿਦ ਪਬਲਿਕ ਸਪੀਕਿੰਗ। ਹਾਂਜੀ, ਹੈ ਨਾ, ਅਸੀਂ ਚਾਹੇ ਰੀਅਲਾਈਜ਼ ਨਾ ਕਰੀਏ ਜਦੋਂ ਅਸੀਂ ਇੰਟਰਵਿਊ 'ਚ ਜਾਂਦੇ ਹਾਂ, ਜਦੋਂ ਕੁਛ ਵੀ ਕਰਦੇ ਉਹ ਸਾਡੀਆਂ ਪਬਲਿਕ ਸਪੀਕਿੰਗ ਸਕਿੱਲਸ 'ਤੇ ਜਜਮੈਂਟ ਹੁੰਦੀ ਹੈ ਸਾਡੀ। ਅਤੇ ਅਸੀਂ ਲੋਕਾਂ ਨੂੰ ਇਹ ਵਾਲੀਆਂ ਸਕਿੱਲਸ ਨਾਲ ਕਰਦੇ ਹਾਂ, ਅਸੀਂ ਇਕੁਇਪ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਆ ਜਿਹੜੇ ਮਰਜ਼ੀ ਲੈਵਲ 'ਤੇ ਆ ਜਾਓ, ਬੇਸਿਕ ਲੈਵਲ 'ਤੇ ਆ ਜਾਓ, ਮੀਡੀਓਕਰ 'ਚ ਆ ਜਾਓ, ਉੱਪਰ 'ਚ ਆ ਜਾਓ, ਯੂ ਸਟਿਲ ਕੈਨ ਡਿਵੈਲਪ ਯੋਰਸੈਲਫ ਫਰਦਰ। ਅਤੇ ਤੁਸੀਂ ਇਹ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਕਿ ਦੇਰ ਇਜ਼ ਆਲਵੇਜ਼ ਰੂਮ ਫॉर ਡਿਵੈਲਪਮੈਂਟ। ਇਹ ਤਾਂ ਹੈ, ਜਦੋਂ ਤੱਕ ਇਨਸਾਨ ਆਈ ਥਿੰਕ ਜਦ ਤੱਕ ਤੁਹਾਡੀ ਲਾਈਫ ਹੈਗੀ ਆ ਯੂ ਵਿਲ ਡਿਵੈਲਪ। ਯੂ ਕੈਨ ਆਲਵੇਜ਼ ਲਰਨ। ਜਿਹੜੀ ਹੈ ਐਜੂਕੇਸ਼ਨ ਇਜ਼ ਨੈਵਰ ਐਂਡਡ, ਜਦੋਂ ਤੱਕ ਤੁਹਾਡੀ ਲਾਈਫ ਹੈ ਯੂ ਵਿਲ ਬੀ ਲਰਨਿੰਗ। ਅਤੇ ਇੰਪਾਵਰ ਐਜ਼ ਵੀਮੈਨ ਹੈ ਨਾ, ਜਿੱਦਾਂ ਤੁਹਾਡੀ ਸੁਸਾਇਟੀ ਜਿਹੜੀ ਹੈਗੀ ਹੈ ਕਾਫੀ ਡਿਫਰੈਂਟ ਆਪਸ਼ਨਸ ਤੇ ਲੇਡੀਜ਼ ਦੇ ਦੇਖ ਕੇ। ਸੋ ਕੀ ਚੀਜ਼ ਤੁਸੀਂ ਪਹਿਲੇ ਜਦੋਂ ਵੂਮਨਸ ਤੁਹਾਨੂੰ ਕੰਟੈਕਟ ਕਰਦੀਆਂ, ਹਾਊ ਦੇ ਗੈਟ ਕੰਟੈਕਟਡ ਵਿਦ ਯੂ, ਤੁਹਾਡੀ ਸੁਸਾਇਟੀ ਦੇ ਨਾਲ ਕਿਸ ਤਰੀਕੇ ਦੇ ਨਾਲ ਕੰਟੈਕਟ ਅਸੀਂ ਕਰਦੇ? ਸੋਸ਼ਲ ਮੀਡੀਆ 'ਤੇ ਕਾਫੀ, ਮੇਰੀ ਵੈਬਸਾਈਟ ਵੀ ਆ, ਆਰਗੇਨਾਈਜੇਸ਼ਨ ਦੀ ਵੈਬਸਾਈਟ ਨਹੀਂ ਹੈਗੀ ਹੈ, ਜੇ ਆਪਾਂ ਵੈਬ ਪੇਜ ਆ ਉੱਤੇ ਅਸੀਂ ਹੁਣ ਜਿੱਦਾਂ ਰੀਸੈਂਟਲੀ ਕਿਉਂਕਿ ਹੁਣ ਕੋਵਿਡ-19 ਦੇ ਚੱਲਦੇ ਸੀ ਆਨਲਾਈਨ ਇਵੈਂਟਸ ਕਰਾਏ ਰਾਦਰ ਦੈਨ ਲਾਈਵ ਇਵੈਂਟਸ, ਅਤੇ ਉਹਦੇ ਫਿਰ ਅਸੀਂ ਲਿੰਕਸ ਪਾ ਦਿੰਦੇ ਹਾਂ ਕਿ ਜਿਹੜੇ ਲੋਕੀ ਬਾਅਦ 'ਚੋਂ ਦੇਖਣਾ ਚਾਹੁੰਦੇ ਨਹੀਂ ਅਟੈਂਡ ਕਰ ਸਕੇ ਉਹ ਉੱਥੇ ਅਪਰੋਚ ਕਰ ਸਕਦੇ ਆ। ਅਤੇ ਉੱਦਾਂ ਲਾਈਕ ਸਰਟਨ ਵੂਮਨਸ ਜਿਹੜੀ ਆ ਦੇ ਆਰ ਨਾਟ ਵੈਰੀ ਵੈਲ ਐਜੂਕੇਟਿਡ, ਉਹ ਕਿਸ ਤਰੀਕੇ ਦੇ ਨਾਲ ਫਿਰ ਤੁਹਾਡੇ ਨਾਲ ਰਾਬਤਾ ਰੱਖਦੀਆਂ? ਵਰਡ ਆਫ ਮਾਊਥ ਇਸ ਵਰਡ ਕਿ ਜਿੱਦਾਂ ਹੁਣ ਤੁਹਾਨੂੰ ਮੇਰੇ ਬਾਰੇ ਪਤਾ, ਮੰਨ ਲਓ ਤੁਸੀਂ ਕਿਸੇ ਦੇ ਕੰਟੈਕਟ 'ਚ ਹੁੰਦੇ, ਤੁਸੀਂ ਕਹਿੰਦੇ ਮੇ ਬੀ ਉਹ ਲੇਡੀ ਨੂੰ ਮਿਲ ਲਓ, ਸ਼ਾਇਦ ਉਹ ਤੁਹਾਡੀ ਹੈਲਪ ਕਰ ਸਕੇ। So it's word of mouth as well. Word of mouth and basically on Facebook or media search ਦੇ through ਵੀ ਲੈ ਸਕਦੇ। ਸੋ ਤੁਹਾਡੀ ਆਪਣੀ ਵੈਬਸਾਈਟ ਵੀ ਹੈਗੀ ਹੈ ਜਿਹੜੀ ਤੇ ਉੱਥੇ ਵੀ ਜਾਣਕਾਰੀ ਲੈ ਸਕਦੇ? ਮੇਰੀ ਆਪਣੀ ਵੈਬਸਾਈਟ ਵੀ, ਐਜ਼ ਆਈ ਸੇ ਆਰਗੇਨਾਈਜੇਸ਼ਨ ਮੇਰਾ ਕਮਿਊਨਿਟੀ ਕੰਮ ਹੈ ਜੇ ਮੈਂ ਬਹੁਤ ਪੈਸ਼ਨੇਟਲੀ ਕਰਦੀ ਹਾਂ। I like the way you said you're passionate. ਮੈਂ ਬਹੁਤ ਪੈਸ਼ਨੇਟਲੀ ਮੈਂ ਪਹਿਲੀ ਵਾਰੀ ਰਿਤੂ ਨੂੰ ਕਿਹਾ ਵੀ ਆਣਾ, she is so excited, yes when I'm coming. So I do have a business on a side as well. ਹਾਂਜੀ, ਜਿਹਦੇ ਚ again I work for women with women in there as well ਕਿ ਜਿਹੜੀ ਲੋਕੀ ਜਿੱਦਾਂ entrepreneurs ਦੀ ਗੱਲ ਕਰਦੇ ਸੀ, ਪਬਲਿਕ ਸਪੀਕਿੰਗ ਦੀ ਗੱਲ ਕਰਦੇ ਹਾਂ, ਜਿੱਦਾਂ ਲੇਡੀਜ਼ ਬਿਜ਼ਨੈਸਿਸ ਕਰਦੀਆਂ ਅੱਜ ਕੱਲ੍ਹ ਜਿਹੜੀ ਸਪੀਕਿੰਗ ਐਬਿਲਿਟੀ ਆ ਉਹ ਤੁਹਾਡਾ ਪਾਸਪੋਰਟ ਆ। ਤੁਸੀਂ ਕਿਤੇ ਵੀ ਜਾਂਦੇ ਆ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਿੱਦਾਂ ਕਰ ਸਕਦੇ ਆ, ਤੁਸੀਂ ਆਪਣਾ ਬਿਜ਼ਨਸ ਮੈਸੇਜ ਦੂਜਿਆਂ ਨਾਲ ਕਿੱਦਾਂ ਸ਼ੇਅਰ ਕਰਦੇ ਆ, ਉਹ ਬਹੁਤ ਇੰਪੋਰਟੈਂਟ ਆ। ਸੋ ਦੇਖ ਲਓ ਹੈਲਥ ਟਾਕ 'ਚ ਅਸੀਂ ਇੰਪਲੋਇਮੈਂਟ ਦੀ ਵੀ ਗੱਲ ਕਰਦੇ ਹੈਗੇ ਆ। ਸੋ ਟਾਈਮ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਰੂਬਰੂ ਹੋਵਾਂਗੇ ਹੈਲਥ ਟਾਕ ਸ਼ੋ ਵਿਦ ਮੀ ਐਂਡ ਰਿਤੂ ਸ਼ਰਮਾ, ਵੀ ਟਾਕਿੰਗ ਅਬਾਊਟ ਵੂਮਨ ਇਨ ਪਾਵਰ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਆਫਟਰ ਸ਼ੋਰਟ ਬ੍ਰੇਕ। ਅਸੀਂ ਗੱਲਬਾਤ ਕਰ ਰਹੇ ਹਾਂ ਹੈਲਥ ਟਾਕ ਸ਼ੋ ਵਿੱਚ ਵੂਮਨ ਇਨ ਪਾਵਰ ਤੇ ਮੇਰੇ ਨਾਲ ਨੇ ਰਿਤੂ ਸ਼ਰਮਾ। ਸੋ ਜਾਣਦੇ ਹਾਂ ਇਹਨਾਂ ਤੋਂ ਕਿ ਕੀ ਕੀਤਾ ਜਾ ਸਕਦਾ ਹੈ ਵੂਮਨ ਇਨ ਪਾਵਰ ਦੇ ਵਿੱਚ, ਹੋਰ ਪਾਵਰ ਦੇਣ ਵਾਸਤੇ ਵੂਮਨਸ ਨੂੰ। ਹਾਂਜੀ ਰਿਤੂ ਜੀ ਦੱਸੋ, ਤੁਸੀਂ ਕਹਿ ਰਹੇ ਸੀ ਵੀ ਪਬਲਿਕ ਸਪੀਕਿੰਗ ਇਜ਼ ਵਨ ਪਾਰਟ ਆਫ ਇਟ ਜਿੱਥੇ ਕਿ ਇੰਪਲੋਇਮੈਂਟ ਦੇ ਵਿੱਚ ਉਹਨਾਂ ਦੀ ਕਾਫੀ ਮਦਦ ਹੁੰਦੀ ਹੈ, ਤੇ ਹੋਰ ਕਿਹੜੀ ਚੀਜ਼ਾਂ 'ਚ ਤੁਸੀਂ ਉਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹੋ?
ਅਸੀਂ ਇਹ ਜਿਹੜਾ ਟਰਮ ਹੈ, ਅਸੀਂ ਕਿਸੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਉਹਨਾਂ ਨੂੰ ਪਾਵਰ ਦਿੰਦੇ ਹਾਂ ਕਿ ਉਹ ਆਪੇ ਅੱਗੇ ਵਧਣ। So it's giving actually boosting them up. It's like lighting a lamp. That's nice. ਮੋਮਬੱਤੀ ਤੋਂ ਮੋਮਬੱਤੀ ਜਗੰਦੇ ਰਹੀ ਹੈ ਨਾ, ਉੱਦਾਂ ਵਾਲਾ ਕੰਮ ਹੈ ਕਿ ਜਿੱਦਾਂ ਜੇ ਤੁਹਾਨੂੰ ਕੁਝ ਸਮਝ ਆਇਆ ਆ, ਹਾਂਜੀ, ਤੁਸੀਂ ਉਹਨੂੰ ਬਾਹਰ ਜਾ ਕੇ ਸ਼ੇਅਰ ਕਰੋ। ਮੈਨੂੰ ਹੁਣ ਜਿਹੜੀਆਂ 3-4 ਚੀਜ਼ਾਂ ਸਮਝ ਆਈਆਂ ਕਿ ਇੱਦਾਂ ਹੋਣੀ ਚਾਹੀਦੀ ਹੈ ਲਾਈਫ, ਇੱਦਾਂ ਨਹੀਂ ਹੋਣੀ ਚਾਹੀਦੀ, ਸਾਨੂੰ ਇੱਦਾਂ ਜੀਣਾ ਚਾਹੀਦਾ, ਇੱਦਾਂ ਨਹੀਂ। ਤੇ ਉਹ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜਿਹਨੂੰ ਜੋ ਦੱਸ ਸਕਾਂ। ਹਰ ਬੰਦਾ ਆਪਣੇ ਲੈਵਲ ਤੋਂ ਸਮਝਦਾ ਹੈ ਬਲਬੀਰ, ਹਰ ਬੰਦਾ ਆਪਣੇ ਲੈਵਲ ਤੋਂ ਦੇਖਦਾ ਚੀਜ਼ਾਂ ਨੂੰ, ਤੇ ਜ਼ਰੂਰੀ ਨਹੀਂ ਆ ਜਿਹੜੀ ਚੀਜ਼ ਤੁਹਾਨੂੰ ਤੇ ਮੈਨੂੰ ਸਮਝ ਆਉਂਦੀ ਉਹ ਬਾਕੀ ਸਾਰਿਆਂ ਨੂੰ ਸਮਝ ਆਏ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੂਜਿਆਂ ਨੂੰ ਸਮਝ ਆਉਂਦੀਆਂ ਮੈਨੂੰ ਸਮਝ ਨਹੀਂ ਆਉਂਦੀਆਂ। ਇਟ ਡਿਪੈਂਡਸ ਅਪਨ ਦ ਸਕਿੱਲ ਐਜ਼ ਵੈਲ, ਹੈ ਨਾ। ਤੇ ਜਿੱਦਾਂ ਤੁਹਾਡਾ ਪਰਸਪੈਕਟਿਵ ਕੀ ਆ, ਇੱਥੇ ਵੀ ਡਿਪੈਂਡ ਕਰਦਾ। ਆਮ ਲਰਨਰ, ਆਮ ਲਾਈਫ ਲੌਂਗ ਲਰਨਰ। ਮੈਨੂੰ ਬਹੁਤ ਚੀਜ਼ਾਂ ਜੇ ਮੈਂ ਆਪ ਸਿੱਖਦੀ ਹਾਂ ਹੌਲੀ ਹੌਲੀ ਕਰਕੇ, ਤੇ ਮੈਨੂੰ ਲੱਗਦਾ ਅਸੀਂ ਸਾਰੇ ਸਿੱਖਦੇ ਹਾਂ ਐਜ਼ ਵੀ ਗਰੋ ਓਲਡਰ। ਸਾਨੂੰ ਇਹ ਜ਼ਿਆਦਾ ਹੋਰ ਸਮਝ ਆਉਂਦਾ ਕਿ ਅਸੀਂ ਹੋਰ ਕੀ ਸਿੱਖ ਸਕਦੇ ਹਾਂ। ਤੇ ਉਹਦੇ ਅੰਡਰਨੀਥ ਜਦੋਂ ਕੋਈ ਸਾਨੂੰ ਅਪਰੋਚ ਕਰਦਾ ਹੈ ਸਾਡੀ ਆਰਗੇਨਾਈਜੇਸ਼ਨ ਨੂੰ, ਕਹਿੰਦਾ ਕਿ ਆਈ ਨੀਡ ਟੂ ਡੂ ਦਿਸ ਦੈਟ ਦੀ ਅਦਰ, ਵੀ ਲੁੱਕ ਵਾਟ ਵੀ ਕੈਨ ਡੂ ਫॉर them। ਅਸੀਂ ਉਹਨਾਂ ਨੂੰ ਕਿੱਥੇ ਪਲੇਸ ਕਰ ਸਕਦੇ ਕਿ ਅੱਛਾ ਜਿੱਦਾਂ ਹੁਣ ਸੀਰੀਜ਼ ਆਫ ਫ੍ਰੀ ਵਰਕਸ਼ਾਪਸ ਅਸੀਂ ਅਫੋਰਡ ਕਰ ਸਕਦੇ ਹਾਂ, ਤੇ ਅਸੀਂ ਕਹਿੰਦੇ ਅੱਛਾ ਤੁਸੀਂ ਆਹ ਵਾਲੀਆਂ ਵਰਕਸ਼ਾਪਸ ਤੇ ਆ ਜਾਓ। ਤੇ ਉਹ ਸੀਰੀਜ਼ ਆਫ ਵਰਕਸ਼ਾਪਸ ਤੋਂ ਬਾਅਦ ਦੇ ਮਸਟ ਡਿਵੈਲਪ ਸਮ ਨਿਊ ਸਟਫ ਅਬਾਊਟ ਦੈਮਸੈਲਵਸ। ਦੈਟਸ ਇਟਸ ਆਲ ਅਬਾਊਟ ਸੈਲਫ ਰਿਅਲਾਈਜੇਸ਼ਨ। ਉਹ ਬੰਦੇ ਨੂੰ ਰਿਅਲਾਈਜ਼ ਕਰਾਉਣਾ ਕਿ ਤੁਹਾਡੇ 'ਚ ਸਕਿੱਲ ਹੈਗਾ ਆ, ਯੂ ਵਰਦੀ, ਯੂ ਕੇਪੇਬਲ, ਤੁਸੀਂ ਆਪਣੇ 'ਚ ਬਿਲੀਵ ਕਰੋ, ਐਂਡ you'd be surprised how beautifully that works. So it's educating them in a way. It's yeah, you could call it educating them, just self-realization. So you could call it education. Educating definitely. Actually, it's more of realizing, isn't it? Rather than we say is education, it's realizing themselves for their own power. Exactly. When as I was talking about the entrepreneurs, female entrepreneurs event that we did yesterday. Hanji. I didn't expect the turnout we had, and I didn't expect the energy we had in the in the event as well. ਪਰ ਉਹ ਇੰਨਾ ਬਿਊਟੀਫੁਲੀ ਸਾਰਾ ਕੁਝ ਕੰਡਕਟ ਹੋਇਆ। I was surprised myself. I was not expecting this ਕਿਉਂਕਿ it was one of its first of its kind. ਪਰ ਇੱਥੋਂ ਸਾਨੂੰ ਹੁਣ ਇਹ ਵੀ ਕਲੀਅਰ ਹੁੰਦਾ ਕਿ ਲੋਕੀ ਚਾਹੁੰਦੇ ਕਿ ਇੱਦਾਂ ਦਾ ਕੁਝ ਹੋਇਆ। So we'll make it a monthly event now. That's really good. That's what people need. Then we need to do what is needed by our society. ਕਹਿ ਲਓ ਤੁਸੀਂ ਵਰਲਡ ਵਾਈਡ ਵੀ ਰਿਤੂ ਸਾਰਿਆਂ ਦੇ ਨਾਲ ਕੰਟੈਕਟ ਕਰਦੇ ਹੋ ਵੂਮਨ ਇਨ ਪਾਵਰ ਦੇ ਵਿੱਚ, ਤੇ ਤੁਹਾਨੂੰ ਕੀ ਡਿਫਰੈਂਟ ਲੱਗਦਾ ਕਿ ਜਿਹੜੀ ਵੂਮਨ ਇਨ ਪਾਵਰ ਐਜ਼ ਅ ਏਸ਼ੀਅਨ ਕਮਿਊਨਿਟੀ 'ਚ ਕਿਸ ਤਰੀਕੇ ਦੇ ਨਾਲ ਡਿਫਰੈਂਟ ਹੈਗੀ ਆ ਰੈਦਰ ਦੈਨ ਲਾਈਕ ਵੀ ਯੂ ਆਰ ਵਰਕਿੰਗ ਵਿਦ ਆਲ ਓਵਰ? ਸਾਡੀ ਆਪਣੀ ਏਸ਼ੀਅਨ ਕਮਿਊਨਿਟੀ ਜਿਹੜੀ ਹੈਗੀ ਆ ਉਹਦੇ ਵਿੱਚ ਕੀ ਡਿਫਰੈਂਟ ਹੈ ਦੂਸਰੀ ਕਮਿਊਨਿਟੀਜ਼ ਦੇ ਨਾਲੋਂ? In terms of what? ਐਨੀ ਟਰਮਸ ਆਫ ਐਜੂਕੇਸ਼ਨ ਵਾਈਜ਼ ਕਹਿ ਲਓ, ਜਾਂ ਅਸੀਂ ਕਿਸ ਨਜ਼ਰੀਏ ਦੇ ਨਾਲ ਔਰਤ ਦੀ ਵੈਲਿਊ ਵੇਖਦੇ ਆ, ਇਸ ਤਰੀਕੇ ਦੇ ਨਾਲ ਵੀ ਕਹਿ ਸਕਦੇ ਹਾਂ, ਜਾਂ ਡਿਫਰੈਂਸ ਐਜ਼ ਏ ਵੈਰੀ ਕੰਟਰੋਵਰਸ਼ੀਅਲ ਕੁਐਸਚਨ। ਤੁਹਾਡਾ ਇਰਾਦਾ ਕੀ ਹੈ? ਮੇਰਾ ਇਰਾਦਾ ਸਾਰਾ ਕੁਝ ਸਾਫ਼ ਕਰਨ ਦਾ ਅੱਜ। ਸੋ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਸਾਡੇ ਨਾ ਅਨਫੋਰਚੂਨੇਟਲੀ ਕਲਚਰਲ ਕੋਨੋਟੇਸ਼ਨਸ ਬਹੁਤ। ਹਾਂਜੀ। ਤੇ ਉਹਨੂੰ ਸਿਰਫ ਤੁਹਾਡੇ ਤੇ ਮੇਰੇ ਗੱਲ ਕਰਨ ਨਾਲ ਉਹ ਚੇਂਜ ਨਹੀਂ ਹੋਣਗੇ। ਅਸੀਂ ਜਿੰਨੀ ਮਰਜ਼ੀ ਗੱਲ ਕਰੀ ਜਾਈਏ ਉਹਦੇ ਨਾਲ ਚੇਂਜ ਨਹੀਂ ਹੋਣਗੇ। ਹੁਣ ਅਸੀਂ ਗੱਲ ਕਰਕੇ ਹਟੇ ਐਜੂਕੇਸ਼ਨ ਦੀ। ਹਾਂਜੀ। ਐਜੂਕੇਸ਼ਨ ਜਿਹੜੀ ਆ ਉਹ ਕੋਈ ਹਾਈ ਲੈਵਲ ਦੀ ਪ੍ਰਿਵਿਲੇਜ ਨਹੀਂ ਆ, ਉਹ ਬਹੁਤ ਬੇਸਿਕ ਚੀਜ਼ ਆ। ਅਸੀਂ ਜੇ ਚਾਹੁੰਦੇ ਹਾਂ ਕੋਈ ਸਿਚੁਏਸ਼ਨ ਚੇਂਜ ਕਰੀਏ, ਜਾਂ ਕੋਈ ਸੋਚ ਚੇਂਜ ਕਰੀਏ, ਜਾਂ ਕੋਈ ਫਿਜ਼ੀਕਲੀ ਕੁਛ ਕ੍ਰੀਏਟ ਕਰੀਏ, ਉਹਦੇ ਲਈ ਸਾਨੂੰ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਆ। ਤੇ ਜ਼ਰੂਰੀ ਨਹੀਂ ਐਜੂਕੇਸ਼ਨ ਦਾ ਮਤਲਬ ਹੈ ਕਿ ਤੁਸੀਂ ਡਿਗਰੀ ਲੈ ਲਓ। ਇੱਥੇ ਪੜ੍ਹੇ ਲਿਖੇ ਅਨਪੜ੍ਹ ਬਹੁਤ ਮਿਲਣਗੇ ਤੁਹਾਨੂੰ। ਹਾਂਜੀ, ਉਹੀ ਮੇਰਾ ਕਹਿਣ ਦਾ ਮਤਲਬ ਹੈ ਕਿ ਰਿਐਲਿਟੀ 'ਚ ਜਿਹੜੇ ਸਾਡੀ ਏਸ਼ੀਅਨ ਇਹ ਸੋਚਿਆ ਜਾਂਦਾ ਵੀ ਕੁੜੀ ਨੂੰ ਐਜੂਕੇਟ ਅਸੀਂ ਕਰਤਾ ਤੇ ਹੁਣ ਆਪਣੇ ਪੈਰਾਂ 'ਤੇ ਖੜੀ ਹੋ ਗਈ ਹੈ, ਐਂਡ ਦੈਟਸ ਇਟ। ਸਮਟਾਈਮਸ ਸਮ ਪੀਪਲ ਥਿੰਕ, ਆਮ ਨਾਟ ਸੇਇੰਗ ਕਿ ਸਾਰੇ ਜਣੇ ਇਹ ਸੋਚਦੇ ਨੇ, ਬਟ ਕਈਆਂ ਦੀ ਸੋਚ ਇਸ ਤੋਂ ਵੀ ਡਾਊਨ ਹੁੰਦੀ ਹੈ ਵੀ ਕੁੜੀ ਨੂੰ ਬਸ ਇੰਨਾ ਪੜ੍ਹਾਉਣਾ ਹੈ ਐਂਡ ਇੰਨਾ ਕੁ ਹੋ ਗਿਆ ਤੇ ਇਹਦਾ ਵਿਆਹ ਕਰ ਦੇਣਾ। ਉਹ ਵੀ ਹੈਗੇ ਨੇ, ਤੇ ਕਈ ਕਹਿੰਦੇ ਕੁੜੀ ਨੂੰ ਪੜ੍ਹਾਉਣ ਦੀ ਲੋੜ ਕੀ ਹੈ, ਹੈ ਨਾ। ਸੋ ਦੇਰ ਇਜ਼ ਡਿਫਰੈਂਟ ਆਪਣੇ ਉਹਨਾਂ ਦੇ ਵੀ ਆਪਣੇ ਐਕਸਪੀਰੀਅੰਸ ਰਿਤੂ ਹੋਏ ਹੁੰਦੇ ਆ ਲਾਈਫ ਦੇ ਵਿੱਚ, ਜਿਹਦੇ ਕਰਕੇ ਉਹ ਇਸ ਦਾਇਰੇ 'ਚੋਂ ਗੁਜ਼ਰ ਕੇ ਦੇ ਆਰ ਲਾਈਕ ਦੈਟ। ਸੋ ਬੇਸਿਕਲੀ ਜਿਹੜਾ ਹੈਗਾ ਸਾਡੀ ਐਜੂਕੇਸ਼ਨ ਇਜ਼ ਇੱਕ ਮਸਲਾ ਹੈਗਾ ਜਿਹਦੇ 'ਤੇ ਸਾਨੂੰ ਗੌਰ ਕਰਨ ਦੀ ਲੋੜ ਹੈ, ਐਜ਼ ਯੂ ਮੈਨਸ਼ਨ। ਬਟ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਆਪਣੇ ਕਲਚਰ ਵੱਲ ਦੇਖਦੇ ਹਾਂ, ਸਟਾਰਟਿੰਗ ਵੈਨ ਸਮਬਡੀ ਕਹਿ ਲਓ ਇੱਕ ਮੁੰਡਾ ਜਾਂ ਕੁੜੀ ਦਾ ਬਰਥ ਜਦੋਂ ਹੋਇਆ ਹੈ ਨਾ, ਉਸ ਦਿਨ ਤੋਂ ਹੀ ਅਸੀਂ ਜੈਂਡਰ ਡਿਸਕ੍ਰਿਮੀਨੇਸ਼ਨ ਸਟਾਰਟ ਕਰ ਦਿੰਦੇ ਹਾਂ। ਭਾਵੇਂ ਅਸੀਂ ਕਹੀਏ ਹਾਂ ਜਾਂ ਨਾ, ਵੀ ਆਰ ਅਸੀਂ ਕੁਛ ਨਹੀਂ ਮੰਨਦੇ ਇੱਦਾਂ ਦਾ, ਬਟ ਵੀ ਆਰ, ਜਾਂ ਤੁਹਾਡੇ ਚਾਚੇ ਤਾਏ ਜਾਂ ਕੁਛ ਨਾ ਕੁਛ ਅਗਰ ਤੁਹਾਡੇ ਵਿੱਚ ਥੋੜ੍ਹਾ ਹੈ, ਲੇਕਿਨ ਬਟ ਜਦੋਂ ਇੱਕ ਸਰਫੇਸ 'ਤੇ ਅਸੀਂ ਜਾਂਦੇ ਹਾਂ, ਬਾਹਰ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ, ਈਵਨ ਅਗਰ ਤੁਸੀਂ ਦੇਖੋਗੇ ਕਿ ਬੱਚਿਆਂ ਦੇ ਜਿਹੜੇ ਖਿਡੌਣੇ ਆ
ਉਹ ਵੀ ਡਿਸਕ੍ਰਿਮੀਨੇਟਡ ਹੈਗੇ ਆ ਕਈ ਵਾਰੀ ਸਾਡੇ ਗਨਸ ਦੇ ਨਾਲ। ਹੁਣ ਵੀ ਆਈ ਮੀਨ ਯੂ ਸੀ ਜਿਹੜੇ ਹੈਗੇ ਮੁੰਡੇ ਗਨ ਲੈ ਕੇ ਖੜੇ ਆ ਇੱਦਾਂ, ਐਂਡ ਕੁੜੀ ਵਿਚਾਰੀ ਉਹਨੂੰ ਟੈਡੀ ਬੇਅਰ ਫੜਾਇਆ ਹੋਇਆ, ਉਹਦੇ ਕੋਲ ਪਿੰਕ ਐਂਡ ਬਲੂ ਕਲਰਸ। ਸੋ ਇਹ ਸਟਾਰਟਿੰਗ ਤੋਂ ਮੇਰਾ ਕਹਿਣ ਦਾ ਮਤਲਬ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਸੋਸਾਇਟੀ ਜਿਹੜੀ ਹੈਗੀ ਹੈ ਕਿ ਸ਼ੁਰੂ ਤੋਂ ਹੀ ਚੇਂਜ ਕਰੀਏ ਜਦੋਂ ਬੱਚੇ ਯੂ ਨੋ ਵੈਨ ਦੇ ਆਰ ਬੋਰਨ, ਉਹ ਕਿਸ ਤਰੀਕੇ ਦੇ ਨਾਲ। ਆਈ ਨੋ ਦਿਸ ਇਜ਼ ਅ ਵੈਰੀ ਬਿਗ ਪ੍ਰੋਸੈਸ, ਵੈਰੀ ਬਿਗ ਪ੍ਰੋਸੈਸ ਇਜ਼ ਵੈਲ, ਕਿਉਂਕਿ ਇਹਦੇ ਲਈ ਸਾਨੂੰ ਸਾਰਿਆਂ ਨੂੰ ਅਵੇਅਰਨੈਸ ਕਰਨ ਦੀ ਲੋੜ ਹੈਗੀ ਹੈ। ਬਟ ਜਿੰਨੀ ਕੁ ਅਸੀਂ ਇਨਫੋਰਮੇਸ਼ਨ ਆਪਣੇ ਵੱਲੋਂ ਦੇ ਸਕਦੇ ਹਾਂ, ਵੀ ਵਿਲ ਟਰਾਈ। ਸੋ ਐਜ਼ ਅ ਪ੍ਰੋਫੈਸ਼ਨਲ ਮੈਂ ਜਾਣਨਾ ਚਾਹਾਂਗੀ ਜਿੱਦਾਂ ਹੁਣ ਇਹ ਆਈ ਬਿਲੀਵ ਆਈ ਅੰਡਰਸਟੈਂਡ ਬਲਬੀਰ ਇਜ਼ ਕਿ ਇਹ ਜਿਹੜੀ ਜ਼ਿੰਮੇਵਾਰੀ ਆ ਇਹ ਤੁਹਾਡੇ ਤੇ ਮੇਰੇ ਵਰਗੇ ਲੋਕਾਂ ਤੇ ਆ, ਜਿਨ੍ਹਾਂ ਲੋਕਾਂ ਨੂੰ ਇਹ ਸਮਝ ਆ ਕਿ ਅਸੀਂ ਜੋ ਪ੍ਰੈਕਟਿਸ ਕਰਦੇ ਪਏ ਹਾਂ ਦੈਟ ਇਜ਼ ਨਾਟ ਔਨ। ਹਾਂਜੀ, ਜੇ ਹੁਣ ਜਿੱਦਾਂ ਮੰਨ ਲਓ 2 ਬੱਚੇ ਆ, ਕੁੜੀ ਤੇ ਮੁੰਡਾ, ਉਹਨਾਂ ਨੂੰ ਪਾਲਿਆ ਇੱਦਾਂ ਗਿਆ ਆ, they have been brought up for the first 25 years let's say, ਇਹ ਕਹਿ ਕੇ ਕਿ ਮੁੰਡਾ 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 ਐਂਡ ਕੁੜੀ ਕੁੜੀ ਕੁੜੀ, you can't do this because you're ਕੁੜੀ, you can't wear this, you're a ਕੁੜੀ, you can't eat this, you're a ਕੁੜੀ, right? I had an uncle who told me once ਕਿ ਕੁੜੀਆਂ ਨੂੰ ਅੰਡੇ ਨਹੀਂ ਖਾਣੇ ਚਾਹੀਦੇ। okay, right? And that was great inside. What was the reason? I want to know. ਕੁੜੀਆਂ ਨੂੰ ਨਹੀਂ ਖਾਣੇ, ਮੁੰਡੇ ਆ ਫਾਈਨ, ਮੁੰਡੇ ਕੈਨ ਹੈਵ ਅੰਡੇ, ਮੁੰਡੇ ਕੈਨ ਹੈਵ ਮੀਟ, ਪਰ ਕੁੜੀਆਂ ਨੂੰ ਨਹੀਂ ਖਾਣੇ ਚਾਹੀਦੇ। ਜਿੱਦਾਂ ਕੁੜੀਆਂ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ, ਜਿੱਦਾਂ ਕੁੜੀਆਂ ਨੂੰ ਇੰਗਲਿਸ਼ ਕੱਪੜੇ ਨਹੀਂ ਪਾਉਣੇ ਚਾਹੀਦੇ, ਐਂਡ ਐਕਸੈਟਰਾ ਐਕਸੈਟਰਾ ਐਕਸੈਟਰਾ। ਸੋ ਵੀ ਕਾਂਟ ਬਲੇਮ ਦੈਟ ਪਰਸਨ who believes that he is doing and saying the right thing. ਉਹਨਾਂ ਦੀ ਸੋਚ ਦੇ ਉਹ ਕੁਛ ਗਲਤ ਨਹੀਂ ਆ, ਉਹਨਾਂ ਦੀ ਸੋਚ ਦੇ ਹਿਸਾਬ ਨਾਲ ਉਹਨਾਂ ਨੇ ਜੋ ਕਿਹਾ ਉਹਨਾਂ ਨੇ ਮੇਰੇ ਭਲੇ ਲਈ ਕਿਹਾ। ਹਾਂਜੀ, ਤੇ ਮੈਂ ਉਹ ਥੋਟ ਨੂੰ ਉਹਨਾਂ ਦੇ ਖਿਲਾਫ ਹੋਲਡ ਨਹੀਂ ਕਰ ਸਕਦੀ, ਨਹੀਂ ਕਰਨਾ ਚਾਹੀਦਾ ਮੈਨੂੰ। ਹਾਂਜੀ, ਇਹ ਚੀਜ਼ਾਂ ਸਾਨੂੰ ਦੇਰ ਨਾਲ ਸਮਝ ਆਉਂਦੀਆਂ। ਓਬਵੀਅਸਲੀ ਪਹਿਲਾਂ ਅਸੀਂ ਥੋੜ੍ਹੇ ਰਿਬੈਲੀਅਸ ਹੋ ਜਾਂਦੇ ਕਿ ਤੁਸੀਂ ਮੈਨੂੰ ਇੱਦਾਂ ਕਹਿਤਾ, ਇਹ ਕਰਤਾ, ਪਰ ਇਹ ਜਿਹੜੇ ਲੋਕਾਂ ਨੂੰ ਇਹ ਸਮਝ ਆਉਂਦੀ ਆ ਕਿ ਸਹੀ ਕੀ ਆ, ਜਿਹੜੇ ਲੋਕੀ ਥੋਟਫੁਲ ਆ ਇਹ ਚੀਜ਼ ਦੇ ਬਾਰੇ, ਜਿਹੜੇ ਲੋਕਾਂ ਨੂੰ ਹੁਣ ਸਮਝ ਆ ਗਈ ਆ ਕਿ ਇਟ ਡਜ਼ ਨਾਟ ਮੈਟਰ ਤੁਹਾਡੀ ਕੁੜੀ ਹੋਈ ਆ ਕਿ ਮੁੰਡਾ ਹੋਇਆ, ਜ਼ਿੰਮੇਵਾਰੀ ਓਨੀ ਆ ਤੁਹਾਡੀ। ਕੁੜੀ ਨੂੰ ਵੀ ਓਨੀ ਮੌਕੇ ਦੇਣੇ ਚਾਹੀਦੇ ਆ ਜਿੰਨੇ ਮੁੰਡੇ ਨੂੰ ਦੇਣੇ ਚਾਹੀਦੇ ਆ, ਕੁੜੀ ਨੂੰ ਵੀ ਓਨੀ ਆਜ਼ਾਦੀ ਦੇਣੀ ਚਾਹੀਦੀ ਹੈ ਜਿੰਨੀ ਮੁੰਡੇ ਨੂੰ ਦੇਣੀ ਚਾਹੀਦੀ ਆ। ਵਾਈ ਸ਼ੁੱਡ ਵਨ ਹੈਵ ਮੋਰ ਪ੍ਰਿਵਿਲੇਜ ਓਵਰ ਦੀ ਅਦਰ? ਇਹਦਾ ਜਵਾਬ ਮੈਨੂੰ ਅੱਜ ਤੱਕ ਨਹੀਂ ਮਿਲਿਆ। ਮੈਂ ਬਹੁਤ ਲੋਕਾਂ ਤੋਂ ਪੁੱਛਿਆ ਤੇ ਛੋਟੇ ਹੁੰਦੇ ਜਦੋਂ ਪੁੱਛਦੀ ਸੀ ਤੇ ਮੇਰੇ ਜਿਹੜੇ ਬਜ਼ੁਰਗ ਸੀ ਉਹ ਇਹ ਗੱਲ ਤੋਂ ਅਫੈਂਡ ਹੋ ਜਾਂਦੇ ਸੀ। Obviously, I think ਹੁਣ ਵੀ offend ਹੋਣਗੇ ਕਈ ਐਸੇ ਹੋ ਜਾਂਦੇ ਸੀ ਕਿ ਇਹ ਸਾਨੂੰ ਸਟੂਪਿਡ ਕੁਐਸਚਨ ਕਿਉਂ ਪੁੱਛਦੀ ਪਈ ਆ। ਬਟ ਆਈ ਓਨੈਸਟਲੀ ਵਾਂਟਡ ਐਨ ਆਨਸਰ ਕਿ ਕਿਉਂ ਤੁਸੀਂ ਕਰਦੇ ਆ। ਮੈਂ ਇੱਦਾਂ ਦਾ ਬੱਚਾ ਸੀ, ਅਨਫੋਰਚੂਨੇਟਲੀ ਉਹ ਫੋਰਚੂਨੇਟਲੀ ਆਈ ਡੋਂਟ ਨੋ, ਕਿ ਮੈਨੂੰ ਕੁਝ ਕਰਨ ਲਈ ਕਿਹਾ ਜਾਂਦਾ ਸੀ ਤੇ ਮੈਂ ਕਹਿੰਦੀ ਸੀ ਹਾਂ ਮੈਂ ਕਰੂੰਗੀ, ਪਰ ਮੈਨੂੰ ਦੱਸੋ ਮੈਂ ਕਿਉਂ ਕਰਾਂ। ਰੀਜ਼ਨ ਐਂਡ I was so surprised when I came to this country, ਸਕੂਲਾਂ 'ਚ ਇੱਥੇ ਐਨਾਲਿਟੀਕਲ ਥਿੰਕਿੰਗ ਸਿਖਾਈ ਜਾਂਦੀ ਆ। ਹਾਂਜੀ, ਸਾਨੂੰ ਨਹੀਂ ਪਤਾ ਐਨਾਲਿਟੀਕਲ ਥਿੰਕਿੰਗ ਕੀ ਹੁੰਦੀ ਆ। ਮੈਂ 28 ਈਅਰਸ ਦੀ ਸੀ ਜਦੋਂ ਮੈਂ ਇਹ ਕੰਟਰੀ 'ਚ ਆਈ ਹਾਂ। ਮੈਂ ਨਹੀਂ ਸੀ ਸੁਣੀ ਇਹ ਟਰਮ ਐਨਾਲਿਟੀਕਲ ਥਿੰਕਿੰਗ। ਇੱਥੇ ਸਕੂਲਾਂ 'ਚ ਬੱਚਿਆਂ ਨੂੰ ਕਹਿੰਦੇ ਯੂ ਸ਼ੁੱਡ ਥਿੰਕ ਐਨਾਲਿਟੀਕਲੀ ਬਿਫੋਰ ਯੂ ਮੇਕ ਅ ਡਿਸੀਜਨ। ਹਾਂਜੀ, ਰਾਈਟ। ਤੇ ਤੁਸੀਂ ਕਿਹਾ ਅਸੀਂ ਕਿੱਦਾਂ ਚੇਂਜ ਕਰ ਸਕਦੇ ਹਾਂ? ਚੇਂਜ ਇਜ਼ ਨਾਟ ਗੋਇੰਗ ਟੂ ਹੈਪਨ ਓਵਰਨਾਈਟ, ਇਟਸ ਨਾਟ ਈਵਨ ਗੋਇੰਗ ਟੂ ਹੈਪਨ ਇਨ ਦ ਨੈਕਸਟ 10, 20, 30 ਈਅਰਸ। 100 ਸਾਲ ਵੀ ਲੱਗ ਸਕਦੇ ਆ, 200 ਵੀ ਲੱਗ ਸਕਦੇ ਆ, 300 ਵੀ ਲੱਗ ਸਕਦੇ। ਇਹ ਵੀ ਹੋ ਸਕਦਾ ਹੋਈ ਨਾ ਤੁਹਾਡੇ ਮੇਰੇ ਵਰਗੇ ਮਾਈਨੋਰਿਟੀਜ਼ ਹੋਣ, ਇਹ ਵੀ ਹੋ ਸਕਦਾ ਅਸੀਂ ਸਾਰੀ ਉਮਰ ਹਮੇਸ਼ਾ ਲਈ ਸਾਡੇ ਵਰਗੇ 1-2 ਵੱਖਰੇ ਲੋਕ ਜਿਹੜੇ ਹੈਗੇ, ਇਹ ਵੀ ਹੋ ਸਕਦਾ। ਹੋਰ ਵੀ ਲੋਕ ਹੈਗੇ ਆ, ਮੈਨੂੰ ਪਤਾ ਹੈ। ਪਰ ਜਿਨ੍ਹਾਂ ਲੋਕਾਂ ਨੂੰ ਹੁਣ ਜਿਹੜੇ ਪੜ੍ਹੇ ਲਿਖੇ ਸਮਝਦਾਰ ਬੁੱਧੀਜੀਵੀ ਲੋਕ ਆ, ਜਿਨ੍ਹਾਂ ਨੂੰ ਸਮਝ ਆਉਂਦੀ ਹੈ ਕਿ ਇਹ ਇੱਦਾਂ ਹੋਣਾ ਚਾਹੀਦਾ ਆ, ਉਹ ਆਪਣੇ ਘਰ ਤੋਂ ਸ਼ੁਰੂ ਕਰਨ। ਉਹ ਆਪਣੇ ਘਰ 'ਚ ਇਹ ਪ੍ਰੈਕਟਿਸ ਬਣਾਉਣ ਕੇ ਬੱਚਿਆਂ ਨੂੰ ਫੇਅਰ ਚਾਂਸਿਸ ਦੇਣ, ਬੱਚਿਆਂ ਨਾਲ ਫੇਅਰ ਟਰੀਟਮੈਂਟ ਕਰਨ। ਜੇ ਕੋਈ ਇੱਦਾਂ ਦਾ ਕੰਸਰਨ ਹੈਗਾ, ਕਿਉਂਕਿ ਮੈਨੂੰ ਇੱਕ ਰੇਡੀਓ ਸਟੇਸ਼ਨ 'ਤੇ ਇੱਕ ਉਹਨਾਂ ਨੇ ਇਹ ਵੀ ਪੁੱਛਿਆ ਸੀ ਪ੍ਰੈਜ਼ੈਂਟਰ ਨੇ, ਕਹਿੰਦੇ ਕਿ ਕੁੜੀਆਂ ਨੂੰ ਤਾਂ ਅਸੀਂ ਪ੍ਰੋਟੈਕਟ ਕਰਕੇ ਰੱਖਦੇ ਹਾਂ, ਤੁਸੀਂ ਕਿੱਦਾਂ ਕਹਿ ਸਕਦੇ ਕੁੜੀਆਂ ਨੂੰ ਓਨੀ ਆਜ਼ਾਦੀ ਮਿਲਣੀ ਚਾਹੀਦੀ ਹੈ? ਹਾਂਜੀ, ਪ੍ਰੋਟੈਕਟ ਕਰਨ ਦਾ ਮਤਲਬ ਉਹਨਾਂ ਨੂੰ ਸਬਡਿਊ ਕਰਨਾ ਨਹੀਂ ਆ, ਉਹਨਾਂ ਨੂੰ ਕੰਪਰੈਸ ਕਰਨਾ ਨਹੀਂ ਆ, ਉਹਨਾਂ ਦੀਆਂ ਡਿਜ਼ਾਇਰਸ ਨੂੰ ਕ੍ਰਸ਼ ਕਰਨਾ ਨਹੀਂ ਆ। ਉਹ ਜਦੋਂ ਹੁੰਦਾ ਆ ਤਾਂ ਉਹ ਅਬਿਊਜ਼ ਆ, ਉਹ ਇਮੋਸ਼ਨਲ ਅਬਿਊਜ਼ ਆ। ਤੁਸੀਂ ਕੁੜੀ ਨੂੰ ਜੇ ਸਮਝਾ ਸਕਦੇ ਆ ਕਿ ਪੁੱਤ ਇਹ ਟਾਈਮ ਤੋਂ ਬਾਅਦ ਮੈਨੂੰ ਫਿਕਰ ਆ, ਜਾਂ ਜਿੱਥੇ ਚੱਲੀ ਮੈਨੂੰ ਪਤਾ ਹੋਣਾ ਚਾਹੀਦਾ ਕਿਹਦੇ ਨਾਲ ਗਏ ਤੁਸੀਂ, ਕਿਉਂ ਗਏ ਆ, ਕਿੱਥੇ ਗਏ ਆ, ਕਦੋਂ ਵਾਪਸ ਆਉਂਗੇ, there's a way around it. I think ਕਈ ਵਾਰੀ ਰਿਤੂ ਆਪਣੀ ਕਲਚਰ 'ਚ ਇਹ ਵੀ ਹੁੰਦਾ ਕਿ ਕਈ ਰਿਸਟ੍ਰਿਕਸ਼ਨ ਇੰਨੇ ਜ਼ਿਆਦਾ ਲਗਾਏ ਜਾਂਦੇ ਆ ਬੱਚਿਆਂ 'ਤੇ, they go the wrong way, they go the wrong way and ਜੋ ਕਿ ਅੱਜ ਕੱਲ੍ਹ ਆਪਣੀ ਸੋਸਾਇਟੀ 'ਚ ਹੋ ਰਿਹਾ, ਜਿੱਦਾਂ ਕਹਿ ਲਓ ਵੀ ਤੁਸੀਂ ਜਿੱਦਾਂ ਕੱਪੜਿਆਂ ਦਾ ਇਸ਼ੂ ਕਹਿ ਲਓ ਜਾਂ ਫਿਰ ਐਜੂਕੇਸ਼ਨ ਵਾਈਜ਼ ਕਹਿ ਲਓ ਕਿ ਬੱਚਿਆਂ ਨੂੰ
ਉਹੀਓ ਜਿਹੜੇ ਪੇਰੈਂਟਸ ਕਹਿੰਦੇ ਆ ਕਿ ਨਹੀਂ ਤੈਨੂੰ ਇਹ ਕਰਨਾ ਪੈਣਾ ਐਗਜ਼ੈਕਟਲੀ ਬਿਕੋਜ਼ ਤੂੰ ਇਹ ਕੰਮ ਨਹੀਂ ਕਰ ਸਕਦੀ ਸੇ ਯੂ ਵਾਂਟ ਟੂ ਬਿਕਮ ਅ ਪਾਇਲਟ ਔਰ ਸਮਥਿੰਗ ਨੋ ਤੂੰ ਨਰਸਿੰਗ ਕਰ ਲਾ ਤੂੰ ਪਾਇਲਟ ਬਣ ਕੇ ਕੀ ਕਰਨਾ ਯੂ ਨੋ ਵਾਟ ਆਈ ਮੀਨ ਔਰ ਯੂ ਨੋ ਸਰਟਨ ਆਈਵ ਸੀਨ in exercise wise is well certain type of you know there is a discrimination act ਕਰ ਸਕਦੇ ਇੱਕ ਚੀਜ਼ ਮੈਨੂੰ ਬਹੁਤ ਕਲੀਅਰਲੀ ਯਾਦ ਆ ਤੇ ਮੈਂ ਆਪਣੀ ਬੁੱਕ 'ਚ ਵੀ ਇਹਨੂੰ ਲਿਖਿਆ ਆ ਹਾਂਜੀ ਮੈਂ ਇੱਕ ਟਾਈਮ ਤੇ ਆਰਮੀ ਇੰਡੀਅਨ ਆਰਮੀ ਜੁਆਇਨ ਕਰਨਾ ਚਾਹੁੰਦੀ ਸੀ ਹੈ ਨਾ ਹਾਂਜੀ ਸੋ ਆਈ ਵਾਸ ਵਨ ਆਫ ਦੋਜ਼ ਰੈਵੋਲੂਸ਼ਨਰੀ ਮੈਨੂੰ ਆਈਡੀਆਜ਼ ਬਹੁਤ ਹੁੰਦੇ ਸੀ ਤੇ ਮੈਂ ਚਾਹੁੰਦੀ ਸੀ ਭਗਤ ਸਿੰਘ ਐਗਜ਼ੈਕਟਲੀ ਮੈਂ ਲక్ష్ਮੀ ਬਾਈ ਰਾਣੀ ਝਾਂਸੀ ਕੀ ਰਾਣੀ ਦੀ ਬੜੀ ਫੈਨ ਰਹੀ ਹਾਂ ਹੈ ਨਾ ਤੇ ਮੈਂ ਹਾਂ ਭਗਤ ਸਿੰਘ ਦੇ ਅਸੀਂ ਪੰਜਾਬੀ ਆ ਸਾਡੇ ਰੈਵੋਲੂਸ਼ਨਰੀ ਖੂਨ ਆ ਸਾਡੇ 'ਚ ਹੈ ਨਾ ਤੇ ਮੈਂ ਆਰਮੀ ਜੁਆਇਨ ਕਰਨਾ ਚਾਹੁੰਦੀ ਸੀ ਤੇ ਮੈਂ ਇੱਕ ਦਿਨ ਆਪਣੇ ਡੈਡ ਨੂੰ ਕਿਹਾ ਕਿ ਪਾਪਾ ਮੈਂ ਆਰਮੀ ਜੁਆਇਨ ਕਰਨਾ ਚਾਹੁੰਦੀ ਹੀ ਲਾਫਡ ਰਾਈਟ ਹੀ ਲਿਟਰਲੀ ਹੀ ਲਾਫਡ ਫॉर ਗੁੱਡ ਮਿੰਟ অর ਸੋ ਤੇ ਹੱਸ ਕੇ ਕਹਿੰਦੇ ਅੱਛਾ ਕਹਿੰਦੇ ਹੋ ਗਿਆ I was serious I cried that day I cried myself to sleep that night ਪਰ ਉਹਨਾਂ ਲਈ ਇਹ ਜੋਕ ਸੀ ਕਿ ਇਹ ਮੇਰੀ ਕੁੜੀ ਪਾਗਲ ਆ ਕਿਉਂਕਿ ਉਹ ਕੁਝ ਕਰਨਾ ਚਾਹੁੰਦੀ ਆ ਆਊਟਸਾਈਡ ਦ ਨੋਮ ਜਿਹੜਾ ਵੀ ਆਪਣੇ ਇੱਕ ਦਾਇਰੇ ਤੋਂ ਅਲੱਗ ਹੈਗਾ ਆਪਣੀ ਬਿਕੋਜ਼ ਇਹ ਹੈਗਾ ਕਿ ਉਸ ਟਾਈਮ ਤੇ ਆਈ ਮੀਨ ਵੈਨ ਯੂ ਵਾਸ 6-7 ਹੋ ਗਏ ਤੁਸੀਂ ਕਿ ਇਸ ਤੋਂ ਜ਼ਿਆਦਾ ਉਮਰ ਸੀ ਨਹੀਂ ਮੈਂ ਸਮਝਦਾਰ ਸੀ ਥੋੜੀ ਸਿਆਣੀ ਸੀ ਮੈਂ ਚੰਗੀ 17 ਸਾਲ ਦੀ 17-18 ਸਾਲ ਦੀ ਹੋਣੀ ਆ ਵਾਸਨਟ ਅ ਬੇਬੀ ਤੇ ਤੁਸੀਂ ਫਿਰ ਯੂ نو ਇਟਸ ਦ ਥਿੰਗ ਫਿਰ ਉਹ ਆ ਜਾਂਦਾ ਵੀ ਸੀਰੀਅਸ ਨਹੀਂ ਲਿੱਤਾ ਜਾਂਦਾ ਐਗਜ਼ੈਕਟਲੀ ਕਿਉਂਕਿ ਤੁਹਾਡੀ ਕੈਪੇਬਿਲਿਟੀ ਤੇ ਉਹ ਪਹਿਲਾਂ ਹੀ ਸ਼ਟ ਡਾਊਨ ਹੋ ਗਿਆ ਕਿ ਨਾ ਯੂ ਨਾਟ ਗੁੱਡ ਇਨਫ ਫॉर ਦਿਸ ਤੂੰ ਕਿੱਦਾਂ ਕਰੋਗੀ ਤੂੰ ਕਰ ਨਹੀਂ ਸਕਦੀ ਇੱਕ ਹੋਰ ਸਾਡੇ ਕਲਚਰ 'ਚ ਜੋ ਕੀ ਆ ਜਾਂਦਾ ਕਿ ਯੂ نو ਕਲਾ ਬਟ ਯੂ ਸੇ ਕੁਛ ਆ ਕਲਰ ਆ ਹਾਈਟ ਆ weight ਆ ਬੋਡੀ ਸ਼ੇਪ ਆ ਇਹ ਕਿਸ ਤਰੀਕੇ ਦੇ ਨਾਲ ਆਈ ਮੀਨ ਯੂ نو ਫਸਟ ਜਿੱਦਾਂ ਕਿ ਅਸੀਂ ਕੋਈ ਵੀ ਚੀਜ਼ ਦੇਖ ਲਈਏ ਹੈ ਨਾ ਡਿਸਕ੍ਰਿਮੀਨੇਸ਼ਨ ਅਗੇਂਸਟ ਵੂਮਨ ਜ਼ਿਆਦਾ ਹੁੰਦਾ ਆਪਣੇ ਕਲਚਰ 'ਚ ਅਗਰ ਮੁੰਡਾ ਕਾਲਾ ਇਟ ਡਜ਼ਨਟ ਮੈਟਰ ਕੁੜੀ ਗੋਰੀ ਚਾਹੀਦੀ ਆ ਇਜ਼ਨਟ ਇਟ ਮੁੰਡਾ ਭਾਵੇਂ ਜਿੱਦਾਂ ਦੇ ਮਰਜ਼ੀ ਕੱਪੜੇ ਪਾਉਂਦਾ ਕੁੜੀ ਨੂੰ ਸੂਟ ਸਲਵਾਰ ਤੇ ਯੂ نو ਚੁੰਨੀ ਲੈ ਕੇ ਆਉਣਾ ਚਾਹੀਦਾ ਇਹ ਯੂ نو ਇਟਸ ਤੁਸੀਂ 2020 'ਚ ਰਹਿ ਰਹੇ ਹੋ ਮੈਂ ਨਹੀਂ ਕਹਿੰਦੀ ਕਿ ਵੀ ਤੁਸੀਂ ਯੂ نو ਦੇਰ ਇਜ਼ ਅ ਰੀਜ਼ਨ ਆਫ ਵੇਅਰਿੰਗ ਸਰਟਨ ਕਲੋਥ ਸਰਟਨ ਟਾਈਮ ਤੇ ਉਹ ਠੀਕ ਉਹਦੇ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਤਾਂ ਰੋਜ਼ ਡੀਲ ਕਰਦੇ ਹੋ ਇਹਦੇ ਨਾਲ ਲੈਟ ਯੂ نو ਸਾਡੇ ਵਿਊਅਰਸ ਨੂੰ ਦੱਸੋ ਵੀ ਇਸ ਬਾਰੇ ਕਿੱਦਾਂ ਇਸ ਮੁੱਦੇ ਤੇ ਅਸੀਂ ਕਾਬੂ ਪਾ ਸਕਦੇ ਹਾਂ ਜਾਂ ਇਹ ਵੀ ਸੋਚ ਬਦਲਣ ਦੀ ਗੱਲ ਆ ਕਿਉਂਕਿ ਇੱਕ ਬੱਚਾ ਜਾਂ ਇੱਕ ਯੂਥ ਯੰਗ ਪਰਸਨ ਔਰ ਅ ਮਿਡਲ ਕਲਾਸ ਪਰਸਨ ਲਾਈਕ ਮਾਈ ਸੈਲਫ ਜੇ ਮੈਂ ਸ਼ੋਰਟ ਆ ਆਈ ਗਿਵ ਯੂ ਮਾਈ ਐਗਜ਼ਾਮਪਲ ਦੂਰ ਕਿੱਥੇ ਜਾਣਾ ਰਾਈਟ ਆਮ ਸ਼ੋਰਟ ਆਮ ਲਿਟਲ ਵੂਮਨ ਐਂਡ ਮੈਂ ਚੰਗੀ ਸਿਹਤਮੰਦ ਹੁੰਦੀ ਸੀ ਜਦੋਂ ਮੈਂ ਛੋਟੀ ਸੀ ਤੇ ਮੇਰੀ ਭੈਣ ਬਹੁਤ ਬਿਊਟੀਫੁਲ ਆ ਮਾਈ ਐਲਡਰ ਸਿਸਟਰ ਸ਼ੀ ਇਜ਼ ਲਵਲੀ ਸ਼ੀ ਇਜ਼ ਰੀਲੀ ਪ੍ਰੀਟੀ ਤੁਹਾਡੇ ਵਾਂਗੂ ਦੇ ਲੰਬੇ ਲੰਬੇ ਬਾਲ ਆ ਸੋਹਣੀ ਸੁਨੱਖੀ ਆ ਪਤਲੀ ਲੰਬੀ ਆ ਐਂਡ ਵੀ ਯੂਜ਼ਡ ਟੂ ਬੋਥ ਗੋ ਟੂਗੇਦਰ ਐਟ ਪਲੇਸਿਸ ਤੇ ਲੋਕੀ ਦੋਵੇਂ ਬੈਠੀਆਂ ਕੁੜੀਆਂ ਤੇ ਉਹ ਕਹਿੰਦੇ ਸੀ ਹਾਂ ਇਹ ਤੁਹਾਡੀ ਵੱਡੀ ਕੁੜੀ ਬੜੀ ਸੋਹਣੀ ਆ ਸੋ ਹਾਊ ਡੂ ਯੂ ਥਿੰਕ ਦ ਲਿਟਲ ਵਨ ਫੀਲਸ ਅਬਾਊਟ ਇਟ ਉਹਨੂੰ ਜੇ ਇਹ ਅਵੇਅਰਨੈਸ ਸਾਡੇ ਲੋਕਾਂ 'ਚ ਇਹ ਸਾਈਕੋਲੋਜੀਕਲ ਅੰਡਰਸਟੈਂਡਿੰਗ ਦੀ ਗੱਲ ਹੈ ਨਾ ਕਿ ਤੁਸੀਂ ਇਹ ਨਹੀਂ ਸੋਚਦੇ ਕਿ ਤੁਸੀਂ ਜਿਹੜਾ ਬੜਾ ਲਾਈਟ ਕਮੈਂਟ ਦਿੱਤਾ ਆ ਕਿਸੇ ਨੂੰ ਦੈਟਸ ਗੋਇੰਗ ਟੂ ਡਿਸਟਰੋਏ ਸਮਬਡੀ ਐਲਸਸ ਸੈਲਫ ਰਿਸਪੈਕਟ ਐਂਡ ਸੈਲਫ ਵਰਥ ਤੁਸੀਂ ਉਹ ਦੂਸਰੇ ਬੱਚੇ ਨੂੰ ਕਹਿੰਦੇ ਪਏ ਯੂ ਨਾਟ ਗੁੱਡ ਇਨਫ ਯੂ ਨਾਟ ਵਰਥ ਦੀ ਅਟੈਂਸ਼ਨ because your sister is beautiful you're not beautiful you're not pretty it doesn't we're just talking about the body image for now ਹਾਂਜੀ ਪਰ ਇਹ ਇਦਾਂ ਦੀਆਂ ਛੋਟੀਆਂ ਗੱਲਾਂ ਨਾਲ ਜਿੱਦਾਂ ਹੁਣ ਮੈਂ ਤੁਹਾਨੂੰ ਕਿਹਾ ਮੈਂ ਆਰਮੀ ਜੁਆਇਨ ਕਰਨੀ ਐਂਡ ਯੂ نو ਮਾਈ ਫਾਦਰ ਲਾਫਡ ਐਟ ਮੀ ਤੇ ਉਹ ਬਹੁਤ ਅਪਸੈਟਿੰਗ ਆ ਕਿਉਂਕਿ ਤੁਸੀਂ ਯੂ ਲੂਜ਼ ਯੋਰ ਸੈਲਫ ਵਰਥ ਥਰੂ ਦਿਸ ਤੁਹਾਨੂੰ ਇੱਦਾਂ ਲੱਗਦਾ ਕਿ ਕੋਈ ਤੁਹਾਡੇ 'ਚ ਬਿਲੀਵ ਨਹੀਂ ਕਰਦਾ ਯੂ ਨਾਟ ਗੁੱਡ ਇਨਫ ਤੁਹਾਡੀ ਕੋਈ ਵੈਲਿਊ ਨਹੀਂ ਹੈਗੀ ਕੋਈ ਤੁਹਾਨੂੰ ਪਿਆਰ ਨਹੀਂ ਕਰਦਾ ਐਂਡ ਯੂ ਕੀਪ ਬਿਲਡਿੰਗ ਇਟ ਅਪ ਇਨ ਯੋਰ ਹੈਡ ਮੈਂ ਇਹ ਮੰਨਦੀ ਹਾਂ ਕਿ ਜੇ ਸਾਰਿਆਂ ਨੂੰ ਇਹ ਸਮਝ ਹੋਏ ਕਿ ਇਹ ਛੋਟੇ ਕਮੈਂਟਸ ਜਿਹੜੇ ਆ ਉਹ ਪਾਇਲ ਅਪ ਹੋ ਕੇ ਇੱਕ ਬੰਦੇ ਦੀ ਸਾਈਕੋਲੋਜੀ ਤੇ ਕਿੰਨਾ ਨੈਗੇਟਿਵ ਇੰਪੈਕਟ ਦਿੰਦੇ ਆ ਅਸੀਂ ਸ਼ਾਇਦ ਜੋ ਕਹਿੰਦੇ ਕਰਦੇ ਅਸੀਂ ਨਾ ਕਰੀਏ ਰਾਈਟ ਰਿਤੂ ਇਹ ਤੇ ਤੁਹਾਡੀ ਗੱਲ ਸਹੀ ਹੈ ਬਟ ਜਿੱਦਾਂ ਹੁਣ ਮੀਡੀਆ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਹੈ ਨਾ ਕਿ ਤੁਸੀਂ ਤਾਂ ਸੁਣਿਆ ਫੇਅਰ ਐਂਡ ਲਵਲੀ ਐਂਡ ਆਲ ਦਿਸ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇੰਪੈਕਟ ਇੱਕ ਵੂਮਨ 'ਤੇ ਇੰਨਾ ਬੁਰਾ ਤਰੀਕੇ ਦੇ ਨਾਲ ਕਰਦੀਆਂ ਕਿ ਯੂ نو ਪਰਮਾਤਮਾ ਨੇ ਹਰੇਕ ਇਨਸਾਨ ਨੂੰ ਡਿਫਰੈਂਟ ਬਣਾਇਆ ਐਂਡ ਐਵਰੀਬਾਡੀਜ਼ ਸਕਿਨ ਕਲਰ ਇਜ਼ ਡਿਫਰੈਂਟ ਦੇ ਗੋਨਾ ਬੀ ਲੁੱਕ ਡਿਫਰੈਂਟ ਐਂਡ ਇੱਕ ਜਿੱਦਾਂ ਕਹਿ ਲਓ ਵੀ ਬਾਗ ਹੈ ਉਹਦੇ ਵਿੱਚ ਹਰ ਤਰ੍ਹਾਂ ਦਾ ਫੁੱਲ ਹੈ and ਅਗਰ ਇੱਕੋ ਜਿਹੇ ਫੁੱਲ ਹੋ ਜਾਣਗੇ ਤੇ ਇਟਸ ਨਾਟ ਗੋਨਾ ਬੀ ਇਟਸ ਵੈਰੀ ਬੋਰਿੰਗ ਵੀ ਹੈਵ ਟੂ ਬੀ ਯੂ نو ਐਂਡ ਵੂਮਨ ਆਈ ਥਿੰਕ ਉਹਨਾਂ ਨੂੰ ਆਪਣੀ ਕੰਫਰਟੇਬਲ ਆਈ ਥਿੰਕ ਮੋਰ ਹੋਣਾ ਚਾਹੀਦਾ ਆਪਣੇ ਆਪ ਦੇ ਵਿੱਚ ਇਟ ਡਜ਼ ਨਾਟ ਮੈਟਰ ਬਾਈ ਦ ਵੇ ਤੁਸੀਂ ਯੂ نو ਇਹ ਵੀ ਸਾਡਾ ਏਸ਼ੀਅਨ ਕਨਸੈਪਟ ਹੈ ਬਿਊਟੀ ਦਾ
ਤੇ ਕੁੜੀ ਲੰਬੀ ਹੋਣੀ ਚਾਹੀਦੀ ਹੈ, ਲੰਬੇ ਵਾਲ ਹੋਣ, ਗੋਰੀ ਚਿੱਟੀ ਹੋਏ, ਵੱਡੀਆਂ ਅੱਖਾਂ ਹੋਣ। ਇਹ ਕਨਸੈਪਟ ਸਾਡਾ ਏਸ਼ੀਅਨ ਬਿਊਟੀ ਦਾ ਅਸੀਂ ਬਣਾਇਆ ਆ। ਹਾਂਜੀ, ਦੈਟ ਇਜ਼ ਨਾਟ ਬਿਊਟੀਫੁਲ, ਕਿਉਂਕਿ ਜੇ ਤੁਸੀਂ ਬਾਹਰ ਆ ਜਾਂਦੇ ਆ ਦੂਸਰੇ ਕਲਚਰ, ਅਫਰੀਕਨ ਬਿਊਟੀਜ਼ ਦੇਖੋ, ਉਹਨਾਂ ਦਾ ਕਨਸੈਪਟ ਡਿਫਰੈਂਟ ਆ। ਉਹਨਾਂ ਦਾ ਕਨਸੈਪਟ ਕਲਰ ਨਾਲ ਨਹੀਂ ਰਿਲੇਟਿਡ, ਉਹਨਾਂ ਦਾ ਕਨਸੈਪਟ ਹੋਰ ਚੀਜ਼ਾਂ ਨਾਲ ਰਿਲੇਟਿਡ ਆ। ਜਦੋਂ ਅਸੀਂ ਇੰਗਲਿਸ਼ ਵਰਲਡ 'ਚ ਆ ਜਾਂਦੇ ਆ, ਇਹਨਾਂ ਦਾ ਕਨਸੈਪਟ ਹੋਰ ਵੀ ਡਿਫਰੈਂਟ ਆ। they don't look at the body shape, they don't look at the height. So many English people complimented me that I started questioning myself that why don't I see what they see. In the start ਮੈਨੂੰ ਜਦੋਂ ਇੰਗਲਿਸ਼ ਲੋਕੀ ਕੰਪਲੀਮੈਂਟ ਕਰਦੇ ਸੀ, ਓ ਯੂ ਸੋ ਪ੍ਰੀਟੀ, ਯੂ ਸੋ ਬਿਊਟੀਫੁਲ, ਵਾਟਸ ਰੋਂਗ, ਯੂ ਗੋਟ ਨੀਡ ਆਈ ਟੈਸਟ ਸਮਥਿੰਗ। ਤੇ ਮੈਨੂੰ ਏਸ਼ੀਅਨ ਨੇ ਤਾਂ ਕਦੀ ਕਿਸੇ ਨੇ ਨਹੀਂ ਕਿਹਾ ਤੇ ਸੋਹਣੀ। ਸੋ ਕੋਈ ਨਹੀਂ, ਹੁਣ ਕਹਿਣਗੇ। ਹੁਣ ਤਾਂ I'm fine now, but I'm talking about the time where my self-worth was so low। ਹਾਂਜੀ, ਕਿਉਂਕਿ ਪਹਿਲਾ ਜਿਹੜਾ ਤੁਹਾਡਾ ਬਿਲੀਫ ਹੈ ਆਪਣੇ ਬਾਰੇ, ਉਹ ਬਾਹਰੋਂ ਹੁੰਦਾ ਆ। ਜਦੋਂ ਤੁਸੀਂ ਛੋਟੇ ਹੁੰਦੇ, ਜਿਹੜੇ ਲੋਕਾਂ ਨਾਲ ਤੁਸੀਂ ਪਲਦੇ ਵੱਡੇ ਹੁੰਦੇ ਆ, ਉਹ ਬਾਹਰੋਂ ਤੁਹਾਨੂੰ ਪਹਿਲੇ ਆਪਣੇ ਬਿਲੀਫਸ ਆਪਣੇ ਬਾਰੇ ਬਾਹਰੋਂ ਮਿਲਦੇ ਆ, ਕਿਉਂਕਿ ਤੁਹਾਨੂੰ ਸਮਝ ਨਹੀਂ ਹੁੰਦੀ। ਤੁਹਾਨੂੰ ਨਹੀਂ ਪਤਾ ਹੁੰਦਾ ਕਿ ਇਹ ਕਿਉਂ ਹੁੰਦਾ ਪਿਆ ਆ, ਤੁਹਾਨੂੰ ਨਹੀਂ ਪਤਾ ਹੁੰਦਾ ਕਿ ਇਹ ਸੱਚ ਨਹੀਂ ਆ, ਇਹ ਪੂਰਾ ਸੱਚ ਨਹੀਂ ਆ। ਠੀਕ ਹੈ, I was short, but that doesn't mean I was not beautiful or pretty। ਕੱਲ ਮੇਰੀ ਫਰੈਂਡ ਨੇ ਮੈਨੂੰ ਨਾ ਚੰਗੀਆਂ 20-22 ਸਾਲ ਪੁਰਾਣੀਆਂ ਪਿਕਚਰਸ ਹੋਣੀਆਂ, ਉਹਦੇ ਬ੍ਰਦਰ ਦੀ ਵੈਡਿੰਗ ਸੀ, ਉਹਨੇ ਉੱਥੋਂ ਦੀਆਂ ਉਹਨੂੰ ਕਿਤੇ ਲੱਭੀਆਂ, ਉਹਨੇ ਮੈਨੂੰ ਪਿਕਚਰਸ ਭੇਜੀਆਂ ਅੱਜ ਸਵੇਰੇ। I looked at it and the first thought that came to me was, oh damn, I was so pretty। Oh wow, right? And why did I think I wasn't? And looking at the picture today, I mean, I'm not harping my own thing, but what I'm saying is this is what we instill in people। ਜਦੋਂ ਅਸੀਂ ਛੋਟੀਆਂ ਗੱਲਾਂ ਇੱਦਾਂ ਦੀਆਂ ਕਰਦੇ ਹਾਂ, ਅਸੀਂ ਉਹਨਾਂ ਦੀ ਸੈਲਫ ਵਰਥ ਨੂੰ ਬ੍ਰੇਕ ਕਰ ਦਿੰਦੇ ਹਾਂ। ਆਈ ਥਿੰਕ ਇਹ ਵੀ ਹੈਗਾ ਕਿ ਰਿਤੂ ਕਈ ਵਾਰੀ ਅਸੀਂ ਦੂਸਰਿਆਂ ਦੀ ਸੋਚ 'ਤੇ ਆਪਣੇ ਆਪ ਨੂੰ ਆਧਾਰ ਕਰ ਲੈਂਦੇ ਹਾਂ ਕਿ ਦੂਸਰੇ ਕਿਸ ਤਰੀਕੇ ਦੇ ਨਾਲ ਸਾਨੂੰ ਉਹਨਾਂ ਨੇ ਦੇਖਿਆ, ਅਸੀਂ ਸੋਚਦੇ ਹਾਂ ਵੀ ਅਸੀਂ ਹੈ ਹੀ ਉਸੇ ਤਰੀਕੇ ਦੇ, ਅਤੇ ਅਸੀਂ ਆਪਣੀ ਸੋਚ ਇੰਨੀ ਭੁੱਲ ਜਾਂਦੇ ਹਾਂ ਜਦ ਤੱਕ ਸਾਨੂੰ ਆਪਣੀ ਵੈਲਿਊ, ਜਿੱਦਾਂ ਤੁਸੀਂ ਦੱਸਿਆ ਵੀ ਯੂ ਟਾਕਿੰਗ ਅਬਾਊਟ ਸੈਲਫ ਰੀਅਲਾਈਜੇਸ਼ਨ, ਹੈ ਨਾ, ਟਰੂ ਐਮਪਾਵਰਮੈਂਟ। ਦੈਟ ਇਜ਼ ਟਰੂ ਐਮਪਾਵਰਮੈਂਟ। ਐਗਜ਼ੈਕਟਲੀ, ਜਦੋਂ ਤੁਸੀਂ ਆਪਣੀ ਐਮਪਾਵਰ ਆਪ ਕਰਦੇ ਹੋ, ਇਟਸ ਚੇਂਜ ਯੋਰ ਲਾਈਫ। ਜੇ ਤੁਸੀਂ ਮੋਰਲ ਆ, ਹਾਂਜੀ, ਤੁਸੀਂ ਮੋਰਲ ਗ੍ਰਾਂਟਸ 'ਤੇ ਕੰਮ ਕਰਦੇ ਆ, ਤੁਸੀਂ ਸੱਚੇ ਆ, ਰੱਬ ਨੂੰ ਤੁਸੀਂ ਜਵਾਬਦੇਹ ਜ਼ਰੂਰ ਹੋਣਾ ਆ। ਕਿਉਂਕਿ ਇਹ ਮੈਂ ਬਹੁਤ ਕਲੀਅਰਲੀ ਮੰਨਦੀ ਹਾਂ, ਬਹੁਤ ਫਰਮਲੀ, ਕਿ ਰੱਬ ਨੂੰ ਤੁਸੀਂ ਹਰ ਐਕਸ਼ਨ ਜੋ ਵੀ ਕਰਦੇ ਹੋ, ਰੱਬ ਨੂੰ ਤੁਸੀਂ ਜਵਾਬਦੇਹ ਆ। ਮੈਂ ਕਹਿੰਦੀ ਹਾਂ ਕਿਸੇ ਇਨਸਾਨ ਨੂੰ ਤੁਸੀਂ ਜਵਾਬਦੇਹ ਨਹੀਂ ਹੈ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕੁਛ ਕਰਨ ਤੋਂ ਬਾਅਦ ਰੱਬ ਨੂੰ ਕਹਿ ਸਕਦੇ ਆ ਕਿ ਹਾਂ ਮੈਂ ਇਹ ਇਸ ਕਰਕੇ ਕੀਤਾ ਸੀ, ਜਾਂ ਮੈਂ ਇਹ ਸੋਚ ਕੇ ਕੀਤਾ ਸੀ, ਮਤਲਬ ਤੁਸੀਂ ਫਿਰ ਮੋਰਲ ਆ, ਤੁਸੀਂ ਸਹੀ ਕੰਮ ਕਰਦੇ ਪਏ ਆ। ਲੋਕੀ ਰੌਲਾ ਪਾਉਂਦੇ ਆ, ਬਲਬੀਰ, ਲੋਕੀ ਆਰ ਗੋਇੰਗ ਟੂ ਟਾਕ ਐਨੀਵੇਜ਼। ਤੁਸੀਂ ਚੰਗਾ ਕੰਮ ਕਰ ਲਓ, ਉਹਨਾਂ ਨੇ ਤਾਂ ਵੀ ਉਹਨਾਂ ਨੇ ਗੱਲ ਕਰਨੀ ਆ। ਤੁਸੀਂ ਮਾੜਾ ਕਰ ਲਓ, ਫਿਰ ਤਾਂ ਤੁਹਾਡਾ ਰੱਬ ਹੀ ਰੱਖਾ ਹੈ ਤੇ ਉਹਨਾਂ ਨੇ ਤਾਂ ਗੱਲਾਂ ਕਰਨੀਆਂ। ਤੁਸੀਂ ਉਹ ਕਰੋ ਜੋ ਤੁਹਾਡੇ ਲਈ ਠੀਕ ਆ। ਪਰ ਹਾਂ, ਮੈਂ ਕਹਿੰਦੀ ਜੋ ਵੀ ਕਰੋਗੇ ਉਹ ਇਹ ਸੋਚ ਕੇ ਕਰੋ ਕਿ ਕਿਸੇ ਦਾ ਦਿਲ ਨਾ ਦੁਖੇ, ਜਾਂ ਤੁਸੀਂ ਕੁਛ ਇਮੋਰਲ ਕੰਮ ਨਾ ਕਰੋ। ਆਪਣੀਆਂ ਬਾਉਂਡਰੀਜ਼ ਤੁਸੀਂ ਆਪ ਸੈੱਟ ਕਰਨੀਆਂ ਆ। ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰੋ ਐਜ਼ ਐਨ ਐਡਲਟ, ਐਜ਼ ਅ ਰਿਸਪੋਂਸਿਬਲ ਪਰਸਨ। ਅਤੇ ਉਹਨੂੰ ਜੱਜ ਕਰਨ ਵਾਲਾ ਸਿਰਫ ਰੱਬ ਆ, ਬੰਦਾ ਉਹਨੂੰ ਜੱਜ ਨਹੀਂ ਕਰੇ। ਜਾਂ ਤੁਸੀਂ ਇਹ ਨਾ ਸੋਚੋ ਕਿ ਬੰਦੇ ਜੱਜ ਕਰਨਗੇ ਤਾਂ ਕੀ ਕਹਿਣਗੇ, ਉਹ ਤਾਂ ਫਿਰ ਜੋ ਕਹਿਣਗੇ ਉਹ ਤਾਂ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ। ਇੱਕ ਕਹਿੰਦੇ ਕਿ ਉਸ ਪਰਮਾਤਮਾ ਦੇ ਅੱਗੇ ਸਾਡਾ ਸਾਰਾ ਕੁਝ ਜਿਹੜਾ ਹੈਗਾ ਰਾਈਟ ਹੋਣਾ ਚਾਹੀਦਾ। ਦੁਨੀਆ ਨੇ ਤਾਂ ਗੱਲਾਂ ਕਰਦੇ ਰਹਿਣਾ, ਐਂਡ ਦੈਟਸ ਅ ਵਰਲਡ। ਅਨਫੋਰਚੂਨੇਟਲੀ ਇਹ ਤੋਂ ਅਸੀਂ ਕਈ ਚੰਗੀ ਗੱਲਾਂ ਵੀ ਸਿੱਖਦੇ ਹਾਂ ਅਤੇ ਕਈ ਮਾੜੀਆਂ ਦਾ ਐਕਸਪੀਰੀਅੰਸ ਵੀ ਸਾਨੂੰ ਹੁੰਦਾ। ਰਿਤੂ, ਤੁਸੀਂ ਆਪਣੀ ਸੰਸਥਾ ਦੇ ਵਿੱਚ ਆਰਟ ਕ੍ਰਾਫਟ ਵੀ ਕਰਦੇ ਹੋ, ਹੋਰ ਉਹ ਕਿਸ ਲਈ ਤੁਸੀਂ ਸਟਾਰਟ ਕੀਤਾ? ਆਈ ਵਾਸ ਜਸਟ ਲੁਕਿੰਗ ਐਟ ਇਟ ਵਾਸ ਅ ਨਿਊ ਥਿੰਗ, ਅਤੇ ਮੈਂ ਸੋਚਿਆ ਵੀ ਇਹਦੇ ਬਾਰੇ ਵੀ ਸਾਨੂੰ ਥੋੜ੍ਹੀ। ਫॉर ਆਸਕਿੰਗ दैट। ਮੈਂ ਆਮ ਨਾਟ ਐਨ ਆਰਟਿਸਟ ਬੇਸਿਕਲੀ। ਹਾਂਜੀ, ਮੇਰਾ ਕੋਈ ਰਾਬਤਾ ਨਹੀਂ ਰਿਹਾ ਆਰਟ ਨਾਲ ਜ਼ਿਆਦਾ, ਅਪਾਰਟ ਫਰੋਮ ਆਈ ਵਾਸ ਅ ਥੀਏਟਰ ਐਕਟਰੈਸ ਐਟ ਸਮ ਪੁਆਇੰਟ ਐਟ ਕਾਲਜ। ਪਰ ਮੈਂ ਇਹ ਰਿਅਲਾਈਜ਼ ਕੀਤਾ ਕੋਵਿਡ-19 ਦੇ ਲੋਕਡਾਊਨ ਦੇ ਦੌਰਾਨ ਕਿ ਜਿਹੜੇ ਆਰਟਿਸਟ ਨੇ, ਜਿਹੜੇ ਛੋਟੇ ਬਡਿੰਗ ਆਰਟਿਸਟਸ ਨੇ, ਜਾਂ ਜਿਹੜੇ ਸਟਾਰਟਅਪਸ ਨੇ, ਜਾਂ ਜਿਹੜੇ ਸਮੋਲ ਬਿਜ਼ਨਸਿਸ ਨੇ ਆਰਟਸ ਨਾਲ ਰਿਲੇਟਿਡ, ਉਹਨਾਂ ਨੂੰ ਕਿੰਨਾ ਇੰਪੈਕਟ ਹੋਇਆ ਹੋਣਾ। ਅਤੇ ਉਹ ਮੇਰਾ ਆਈਡੀਆ ਇਹ ਸੀ ਕਿ ਅਸੀਂ ਆਪਣੀ ਇੰਸਟੀਟਿਊਸ਼ਨ ਦੇ ਪਲੈਟਫਾਰਮ ਤੋਂ ਉਹਨਾਂ ਨੂੰ ਪ੍ਰਮੋਟ ਕਰੀਏ। ਸੋ ਆਈ ਆਸਕ them to approach me and send me their videos ਕਿ ਉਹ ਕੌਣ ਨੇ, ਉਹਨਾਂ ਨੂੰ ਕੰਟੈਕਟ ਕਿੱਦਾਂ ਕੀਤਾ ਜਾ ਸਕਦਾ, ਉਹ ਆਪਣੇ ਕੰਮ ਬਾਰੇ ਗੱਲ ਕਰਨ ਵੀਡੀਓ 'ਤੇ, ਅਤੇ ਮੈਂ ਉਹਨੂੰ ਰੀਲੇ ਕਰਾਂ ਜਿੰਨੇ ਵੀ ਪਲੈਟਫਾਰਮਸ 'ਤੇ ਅਸੀਂ ਹੈਗੇ ਹਾਂ, ਅਤੇ ਉਹਨਾਂ ਨੂੰ ਐਕਸਪੋਜ਼ਰ ਦਿੱਤਾ ਜਾਏ। ਸੋ ਇਟ ਵਾਜ਼ ਲਾਈਕ ਟੂ ਸਪੋਰਟ them to do better। ਸੋ ਐਨੀ ਟਾਈਪ ਆਫ ਆਰਟ ਵਰਕ, ਕੋਈ ਵੀ ਉਹ ਕਹਿ ਲਓ ਵੀ ਬਿਕੋਜ਼ ਸਿੰਗਰ, ਡਾਂਸਰ, ਕ੍ਰਾਫਟਸ,
anything, art, handicraft, anything. So did you had a good response of that? I had a good response, yeah. So ਕਦੋਂ start ਹੋ ਰਿਹਾ ਹੈ? ਅਸੀਂ 1 August ਤੋਂ start ਕਰਾਂਗੇ। 1 August ਤੋਂ start, so congratulations। Thank you। ਤੇ ਜਿਹੜੇ ਇਹਨਾਂ ਨਾਲ join ਨੇ, we will get to see them as well, ਹੈ ਨਾ? ਤੇ ਇਹ ਜਿਹੜਾ ਇਹ ਵੀ ਸਿਰਫ women's ਲਈ ਹੈਗਾ ਕਿ it's for everybody basically? It's only for women? Only for women। I'm a bit biased like that। It's only I wouldn't call a bias, but ਜਿਹੜੇ ਤੁਸੀਂ ਜਿਸ ਤਰੀਕੇ ਦੇ ਨਾਲ ਕੰਮ ਕਰਨਾ ਫਿਰ ਉਹਦੇ ਬੇਸ ladies ਲਈ ਹੈ, ਤੇ it's all over the world as well, all over the world। So ਜਿਹੜੇ ਦੂਸਰੇ contact like art craft ਜਿਹੜੇ ਆ, do they send you videos or how did they, ਜਿੱਦਾਂ ਹੁਣ ਸਾਡੇ ਜਿਹੜੇ viewers ਨੇ, ਮੈਂ ਕ੍ਰਾਈਟੇਰੀਆ ਰੱਖਿਆ ਕਿ 3 ਮਿੰਟ ਦੀ ਵੀਡੀਓ ਬਣਾ ਕੇ ਭੇਜੋ, ਪਹਿਲੇ ਮਿੰਟ 'ਚ ਜਾਂ ਉਸ ਤੋਂ ਘੱਟ ਟਾਈਮ 'ਚ ਜੇ ਤੁਸੀਂ ਚਾਹੋ ਤਾਂ ਤੁਸੀਂ ਦੱਸ ਸਕਦੇ ਆ ਕਿ ਤੁਹਾਡਾ ਆਰਟ ਫਾਰਮ ਕੀ ਆ ਤੇ ਉਹਦੇ ਥਰੂ ਤੁਸੀਂ ਕੀ ਕਰਨਾ ਚਾਹੁੰਦੇ, ਤੁਹਾਡਾ ਮੈਸੇਜ ਕੀ ਆ ਤੇ ਤੁਹਾਨੂੰ ਲੋਕੀ ਕੰਟੈਕਟ ਕਿੱਦਾਂ ਕਰ ਸਕਦੇ ਆ, ਤੇ ਨੈਕਸਟ 2 ਮਿੰਟਸ ਤੁਸੀਂ ਸ਼ੋਕੇਸ ਕਰ ਸਕਦੇ ਆ। ਫॉर ਐਗਜ਼ਾਮਪਲ ਇਫ ਯੂ ਪੇਂਟ, ਤੁਸੀਂ ਆਪਣੀਆਂ ਪੇਂਟਿੰਗਸ ਦੀ ਵੀਡੀਓਜ਼ ਬਣਾ ਸਕਦੇ ਆ, ਜੇ ਉਹਨਾਂ ਨਾਲ ਸਟੋਰੀ ਰਿਲੇਟਡ ਆ ਤੁਸੀਂ ਉਹ ਵੀਡੀਓ ਕਰ ਸਕਦੇ ਆ, ਜੇ ਤੁਸੀਂ ਡਾਂਸਰ ਸਿੰਗਰ ਆ ਤੁਸੀਂ ਉਹ ਪਰਫਾਰਮ ਕਰਕੇ 3 minutes ਦੀ ਵੀਡੀਓ, no more than 3 minutes ਦੀ ਵੀਡੀਓ ਤੁਸੀਂ ਸਾਨੂੰ ਭੇਜ ਸਕਦੇ ਆ, and then we forecast it on our social media stuff। ਬਹੁਤ ਵਧੀਆ ਚਾਂਸ ਹੈਗਾ। ਸੋ that's really good to empower ਜਿਹੜੀ women's ਨੇ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਨੇ। can they do cooking as well, because ਸਾਡੀ ਕਈ ladies ਜਿਹੜੀਆਂ they are expert in cookings but they think ਕਿ ਸਾਡਾ ਜਿਹੜਾ ਹੈਗਾ waste ਜਾ ਰਿਹਾ cooking ਦਾ talent ਜਿਹੜਾ ਹੈਗਾ, so are they allowed to do that as well? If you think of cooking as an art, feel free to send your video, we'll have a look, why not? I did not think of that, by the way, okay, yeah, because ਨਹੀਂ ਮੈਨੂੰ ਲੱਗਾ ਵੀ ਕਈ ladies ਜਿਹੜੀਆਂ ਹੈਗੀਆਂ ਘਰਾਂ ਦੇ ਵਿੱਚ they are doing really nice cookings, because I'm good cooking, so I was thinking I'm only joking, you're multi-talented, no, I'm just asking because somebody did ask, ਤੇ ਉਹਦੇ ਵਿੱਚ ਹੈਗਾ ਕਿ ਜਿਹੜੀ ਕੁਕਿੰਗ ਹੈਗੀ ਆ ਇੱਕ ਸਾਡੇ ਪਾਰਟ ਦਾ ਕਲਚਰ ਵੀ ਹੈ, ਵੀ ਇੰਜੋਏ ਫੂਡ ਪੰਜਾਬੀ ਹੋਣ ਦੇ ਕਾਰਨ। ਸੋ ਦੇਰ ਇਜ਼ ਮੈਨੀ ਵਿਮਨਸ ਜਿਹੜੇ ਕਿ ਕ੍ਰਾਫਟ ਦੇ ਵਿੱਚ ਸੋਇੰਗ ਵਗੈਰਾ ਵੀ ਕਈ ਕਰਦੀਆਂ ਹੈਗੀਆਂ, ਸੋ ਦੇ ਨੋ ਹਾਊ ਟੂ ਐਮਬਰੋਇਡਰਿੰਗ ਵਗੈਰਾ ਕਹਿ ਲਓ, ਕਲਰ ਪੇਂਟਿੰਗ ਜਿਹੜੀ ਹੈਗੀ ਆ, ਇਟਸ ਲਾਈਕ rangoli ਕਹਿ ਲਓ, I mean I've seen lot of rangoli, so ਅਲੱਗ ਤਰੀਕੇ ਦੇ ਮੇਕਅਪ ਆਰਟਿਸਟ ਵੀ, yeah, makeup artist if you want, it's a very big platform you're giving to people as well, isn't it? So sorry women will be looking at you, Ritu, now where is Ritu to find? please feel free to approach। So mainly ਤੁਹਾਡਾ base ਜਿਹੜਾ Ritu ਕਿੱਥੇ ਹੈਗਾ, where you are based at? Birmingham and around। Birmingham ਹੈ। ਅਗਰ ਕਿਸੇ ਨੇ ਤੁਹਾਨੂੰ ਜਿਹਦਾ ਕੰਟੈਕਟ ਕਰਨਾ ਹੈ ਤੇ as a Ritu Sharma you are based in Ajwas? Yeah, Birmingham, it's easiest to email ritu@ritusharma.co.uk। मैं LinkedIn ਤੇ ਵੀ ਆ, just Ritu Sharma, and if you look at keyword is empowerment, women empowerment। Facebook ਤੇ ਵੀ ਆ ਮੈਂ, LinkedIn ਤੇ ਵੀ ਆ ਮੈਂ, Instagram ਤੇ ਵੀ ਆ, so feel free to get in touch if you'd like, why not? And we're going to talk more about body image now, as we said we're going to be last part ਜਿਹੜਾ ਸਾਡਾ ਥੋੜਾ ਜਿਹਾ ਰਹਿ ਜਾਣਾ ਉਹਦੇ ਤੇ women body image ਜਿਹੜੀ ਹੈਗੀ ਆ ਕਿ fat, thin and all that ਜਿਹੜਾ ਸਾਡੇ ਏਸ਼ੀਅਨ ਕਲਚਰਸ ਦੇ ਵਿੱਚ ਕਾਫੀ ਹੁੰਦਾ, ਉਹਦੇ ਬਾਰੇ ਸਾਨੂੰ ਥੋੜੀ ਜਿਹੀ ਹੋਰ ਦੱਸੋ ਵੀ ਜਿਹੜੀ ladies ਨੇ ਜਾਂ teenager girls ਨੇ they get really stressed out with their body image, ਉਹਦੇ ਬਾਰੇ ਸਾਨੂੰ ਥੋੜੀ ਹੋਰ ਦੱਸੋ ਕਿ how they can say is that it is ਅਸੀਂ ਸਾਰੇ ਇੱਕੋ shape, we not meant to be of the same shape, ਜਿੱਦਾਂ ਤੁਸੀਂ ਕਿਹਾ ਇੱਕ ਬਾਗ ਆ ਅਲੱਗ ਫੁੱਲ ਆ, we not meant to be of the same shape, size, color, features, whatever, we've got a very distinct DNA to ourselves। ਤੁਹਾਡਾ DNA ਦਾ ਮੈਚ ਕਿਤੇ ਨਹੀਂ ਮਿਲੂਗਾ ਪੂਰੀ ਦੁਨੀਆ 'ਚ unless ਤੁਹਾਡਾ ਆਇਡੈਂਟੀਕਲ ਟਵਿਨ ਨਹੀਂ ਹੈਗਾ, one and one only piece, the one and only, right? one and only, yeah, handmade and delivered to the door, that's so it। ਜੇ ਰੱਬ ਨੇ ਤੁਹਾਨੂੰ ਇੰਨਾ ਯੂਨੀਕ ਬਣਾਇਆ ਆ ਤੇ ਫਿਰ ਇੱਕ ਇਨਸਾਨ ਦਾ ਰਾਈਟ ਹੈਗਾ ਇਹਨੂੰ ਕੁਐਸਚਨ ਕਰਨ ਦਾ ਕਿ ਮੈਂ ਸਹੀ ਨਹੀਂ ਆ ਜਾਂ ਮੈਂ ਡਿਫਾਲਟਡ, ਮੈਂ ਫਾਲਟਡ ਆ ਜਾਂ ਮੈਂ ਚੰਗਾ ਨਹੀਂ ਆ। ਪਹਿਲੇ ਬੇਸ ਤੇ ਤਾਂ ਅਸੀਂ ਇਹ ਜਦੋਂ ਐਕਸੈਪਟ ਕਰ ਲਾਂਗੇ ਨਾ ਕਿ ਵੀ ਨਾਟ ਮੈਂਟ ਟੂ ਬੀ ਇਨ ਅ ਪਾਰਟਿਕੂਲਰ ਸ਼ੇਪ, ਇਟ ਇਜ਼ ਵਾਟ ਵੀ ਵਾਂਟ ਟੂ ਮੇਕ ਆਰਸੈਲਵਸ ਟੂ ਬੀ, ਰਾਈਟ? ਫਿਰ ਅਸੀਂ ਇੱਕ ਲੈਵਲ ਤੇ ਸਾਨੂੰ ਫਿਰ ਸ਼ਾਂਤੀ ਆ ਜਾਂਦੀ ਹੈ ਕਿ ਨਹੀਂ ਮੈਂ ਜੋ ਹੈਗੀ ਮੈਂ ਠੀਕ ਹੈ। ਹਾਊ ਡੂ ਯੂ ਫੀਲ ਅਬਾਊਟ ਇਟ? ਇਫ ਯੂ ਡੋਂਟ ਫੀਲ ਗੁੱਡ ਅਬਾਊਟ ਇਟ, ਵਰਕ ਔਨ ਇਟ, great, right? It's all about feeling comfortable with it। ਜੇ ਤੁਸੀਂ size 16 ਆ and you still feel happy and you still confident, you're good enough।
ਸੋ ਸਾਡਾ ਸ਼ੋਅ ਅੱਜ ਦਾ ਇੱਥੇ ਹੀ ਖਤਮ ਹੁੰਦਾ ਹੈ। ਬੇਸਿਕਲੀ ਕਾਫੀ ਇਨਫੋਰਮੇਸ਼ਨ ਹੋਰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਮੈਂ ਵੀ ਆਉਣ ਵਾਲੇ ਟਾਈਮ ਦੇ ਵਿੱਚ, ਬਿਕੋਜ਼ देयर इज़ लॉट टू टॉक अबाउट वुमेन इन पावर। नारी शक्ति काफ़ी शक्तिशाली है, दैट्स व्हाई। सो मैं अकेला ही चला था सफ़र पर, लोग मिलते गए और एक काफिला बनता गया। थैंक यू रितु फॉर कमिंग टुडे। मिलांगे नेक्स्ट वीक एक अनदर गेस्ट के नाल। तद तक मेरे वालों बी हैप्पी।